ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਦਰਸ਼ਕੋ, ਇਕਬਾਣੀ ਚੈਨਲ ਦੇ ਰਾਹੀਂ ਆਪਾਂ ਵੱਖ-ਵੱਖ ਪ੍ਰਚਾਰਕਾਂ ਦੇ ਵਿਚਾਰ, ਵੱਖ ਕਥਾਵਾਚਕਾਂ ਦੇ ਪ੍ਰਚਾਰ ਤੁਹਾਡੇ ਤਾਈਂ ਪਹੁੰਚਾਉਂਦੇ ਹੁੰਦੇ ਆ, ਉਹਨਾਂ ਦੇ ਵਿਚਾਰ ਤੁਹਾਡੇ ਤਾਈਂ ਪਹੁੰਚਾਉਂਦੇ ਆ। ਤਾਂ ਅੱਜ ਸਾਡੇ ਨਾਲ ਬਹੁਤ ਹੀ ਵਡਮੁੱਲੇ ਵਿਚਾਰ ਸਾਂਝੇ ਕਰਨ ਜਾ ਰਹੇ ਨੇ ਭਾਈ ਸਾਹਿਬ, ਭਾਈ ਡਿਪਟੀ ਸਿੰਘ ਜੀ। ਆਪਾਂ ਉਹਨਾਂ ਦੇ ਪਾਸੋਂ ਸਰਵਣ ਕਰਾਂਗੇ, ਉਹਨਾਂ ਦੇ ਬਹੁਤ ਹੀ ਵਡਮੁੱਲੇ ਵਿਚਾਰ, ਜਿਨ੍ਹਾਂ ਕੋਲੋਂ ਸਾਰੀ ਹੀ ਸੰਗਤ ਬਹੁਤ ਲਾਹਾ ਲੈ ਸਕਦੀ ਹੈ। ਤਾਂ ਆਪਾਂ ਉਹਨਾਂ ਦੇ ਪਾਸੋਂ ਵਿਚਾਰ ਸਰਵਣ ਕਰਦੇ ਆ। ਵਾਹਿਗੁਰੂ ਜੀ। ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਆਪਾਂ ਸਾਰਾ ਹੀ ਪਰਿਵਾਰ ਇੱਕ ਬਾਣੀ ਚੈਨਲ ਦੇ ਉਪਰਾਲੇ ਦੇ ਸਦਕਾ ਦੂਰ ਦਰਾਡੇ ਬੈਠੇ ਹੋਏ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਜਾ ਰਹੇ ਹਾਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ। ਉਹ ਹੈ ਅਕਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰਹੁ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜਿੱਥੇ ਜਿੱਥੇ ਅਸੀਂ ਵਿਚਰ ਰਹੇ ਹੁੰਦੇ ਹਾਂ, ਕਿਸੇ ਇਲਾਕੇ ਦੇ ਵਿੱਚ ਵਿਚਰ ਰਹੇ ਹੁੰਦੇ ਹਾਂ, ਅਸੀਂ ਉੱਥੇ ਹੀ ਬੈਠ ਕੇ ਇੱਕ ਦੂਸਰੇ ਦੇ ਨਾਲ ਹਰ ਇੱਕ ਮਾਧਿਅਮ ਦੇ ਰਾਹੀਂ, ਸਾਧਨ ਦੇ ਰਾਹੀਂ ਗੁਰੂ ਦੀ ਜੋ ਵਿਚਾਰ ਹੈ ਉਸ ਨੂੰ ਸਾਂਝਿਆ ਕਰਨਾ ਹੁੰਦਾ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਆ ਕਿ ਗੁਰੂ ਦੇ ਨਾਲ ਵਿਚਾਰ ਕਰਨ ਦੇ ਨਾਲ ਸਾਨੂੰ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ, ਸਾਨੂੰ ਆਪਣੇ ਆਪ ਦਾ ਭੇਦ ਮਿਲਦਾ ਆ, ਆਪਣੇ ਮੂਲ ਦਾ ਭੇਦ ਮਿਲਦਾ ਆ। ਔਰ ਜਿਸ ਮਾਰਗ ਤੇ ਚੱਲ ਕੇ ਅਸੀਂ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਜੁੜਨਾ ਆ, ਉਹ ਰਸਤਾ ਸਾਨੂੰ ਬਖਸ਼ਿਸ਼ ਹੁੰਦਾ ਹੈ ਵੀ ਕਿਸ ਤਰ੍ਹਾਂ ਅਸੀਂ ਆਪਣੇ ਮੂਲ ਦੇ ਵਿੱਚ ਸਮਾ ਸਕਦੇ ਹਾਂ। ਸੋ ਅੱਜ ਦਾ ਜੋ ਆਪਣਾ ਵਿਸ਼ਾ ਆ ਉਹ ਆ ਆਪੇ ਦੀ ਪਹਿਚਾਣ, ਕਿ ਅਸੀਂ ਆਪਣੇ ਆਪ ਦੀ ਪਹਿਚਾਣ ਕਰਨੀ ਹੈ। ਜਦੋਂ ਤੋਂ ਵੀ ਸੰਸਾਰ ਦੇ ਵਿੱਚ ਆਪਾਂ ਪ੍ਰਵੇਸ਼ ਹੋਏ ਹਾਂ, ਹਮੇਸ਼ਾ ਸਾਡਾ ਧਿਆਨ ਦੂਸਰਿਆਂ ਦੇ ਪ੍ਰਤੀ ਰਿਹਾ। ਅਸੀਂ ਦੂਸਰਿਆਂ ਦਾ ਜੀਵਨ ਪੜ੍ਹਦੇ ਸੁਣਦੇ ਰਹੇ ਹਾਂ, ਸਿੱਧਾਂ ਪੁਰਖਾਂ ਦੀਆਂ ਵਡਿਆਈਆਂ ਕਰਦੇ ਸੁਣਦੇ ਰਹੇ ਹਾਂ, ਯੋਧਿਆਂ ਦੀਆਂ ਵਾਰਾਂ ਗਾਉਂਦੇ ਤੇ ਸੁਣਦੇ ਆ ਰਹੇ ਹਾਂ, ਗੁਰਮੁਖਾਂ ਦੀਆਂ ਜੀਵਨੀਆਂ ਪੜ੍ਹਦੇ ਤੇ ਪੜ੍ਹਾਉਂਦੇ ਆ ਰਹੇ ਹਾਂ। ਐਸਾ ਸਾਡਾ ਸਫ਼ਰ ਜਿਹੜਾ ਬੀਤਦਾ ਰਿਹਾ, ਸਤਿਯੁਗ, ਤ੍ਰੇਤਾ, ਦੁਆਪਰ ਸਮਾਂ ਚੱਲਦਾ ਰਿਹਾ। ਵਾਰ-ਵਾਰ ਆਕਾਰ ਅਸੀਂ ਬਦਲਦੇ ਰਹੇ ਤੇ ਹੁਣ ਮਾਲਕ ਨੇ ਸਾਨੂੰ ਕਿਰਪਾ ਕਰਕੇ ਇਹ ਮਨੁੱਖਾ ਜਿਹੀ ਮਾਨਸ ਜਾਮਾ ਬਖਸ਼ਿਸ਼ ਕੀਤਾ। ਤੇ ਮਾਨਸ ਜਾਮਾ ਸਾਨੂੰ ਉਸ ਸਮੇਂ ਬਖਸ਼ਿਸ਼ ਹੋਇਆ ਜਦੋਂ ਇਸ ਮਾਨਸ ਜਨਮ ਦਾ ਮਾਰਗ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੇ ਰੂਪ ਵਿੱਚ ਨਿਰੰਕਾਰ ਪਰਮਾਤਮਾ ਸਾਡਾ ਮਾਰਗ ਦਰਸ਼ਨ ਕਰ ਰਿਹਾ। ਤਾਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ ਕਿ ਅਸੀਂ ਆਪਣੇ ਮੂਲ ਦੀ ਵਿਚਾਰ ਕਰੀਏ ਤੇ ਸਭ ਤੋਂ ਪਹਿਲਾਂ ਆਪਣੇ ਆਪ ਦੀ ਪਛਾਣ ਕਰੀਏ। ਪਾਤਸ਼ਾਹ ਫਰਮਾਉਂਦੇ ਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਏ। ਹੁਣ ਦੂਸਰਿਆਂ ਦੇ ਜੀਵਨ ਪੜ੍ਹਦਿਆਂ ਪੜ੍ਹਾਉਂਦਿਆਂ ਅਸੀਂ ਚੱਲਦੇ ਰਹੇ, ਲੇਕਿਨ ਅਸੀਂ ਆਪਣੇ ਆਪ ਦੀ ਪਛਾਣ ਭੁੱਲ ਗਏ। ਅਸੀਂ ਕੌਣ ਹਾਂ ਔਰ ਅਸੀਂ ਕਿੱਥੋਂ ਆਏ ਹਾਂ, ਸਾਡਾ ਮੂਲ ਕੀ ਆ। ਤੇ ਜਦੋਂ ਸਾਨੂੰ ਆਪਣੇ ਮੂਲ ਦਾ ਹੀ ਨਹੀਂ ਭੇਦ ਰਿਹਾ, ਸਾਨੂੰ ਆਪਣੇ ਆਪ ਦਾ ਹੀ ਨਹੀਂ ਭੇਦ ਰਿਹਾ, ਤੇ ਅਸੀਂ ਆਪਣੇ ਆਉਣ ਦਾ ਕਾਰਜ ਵੀ ਭੁੱਲ ਗਏ ਵੀ ਅਸੀਂ ਕਿਉਂ ਆਏ ਹਾਂ ਸੰਸਾਰ ਵਿੱਚ। ਤੇ ਜਦੋਂ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕੀ ਕਰਨ ਵਾਸਤੇ ਆਏ ਹਾਂ,
ਤੇ ਅਸੀਂ ਹੁਣ ਵਾਪਸ ਕਿੱਥੇ ਜਾਣਾ ਵਾ ਇਹਦਾ ਵੀ ਸਾਨੂੰ ਭੇਦ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਉ ਹਮ ਆਏ। ਜਦੋਂ ਅਸੀਂ ਵਿਚਾਰ ਕਰਦੇ ਹਾਂ ਫਿਰ ਸਾਨੂੰ ਮਹਾਰਾਜ ਸਮਝਾਉਂਦੇ ਨੇ ਕਿ ਤੁਸੀਂ ਆਪਣੇ ਆਪ ਦੀ ਖੋਜ ਕਰੋ, ਆਪਣੇ ਆਪ ਦੀ ਪਹਿਚਾਣ ਕਰੋ। ਸਭ ਤੋਂ ਪਹਿਲਾਂ ਜਦੋਂ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੁਆਰਾ ਖੋਜ ਕਰਦੇ ਹਾਂ ਤੇ ਸਾਨੂੰ ਭੇਦ ਖੁੱਲਦਾ ਹੈ ਕਿ ਸਾਡਾ ਜਿਹੜਾ ਸਾਰਿਆਂ ਦਾ ਜਨਮ ਹੈ ਉਹ ਇੱਥੋਂ ਦਾ ਨਹੀਂ ਹੈ। ਅਸੀਂ ਸਾਰੇ ਹੀ ਪਰਲੋਕ ਦੇ ਰਹਿਣ ਵਾਲੇ ਹਾਂ। ਸਾਡਾ ਜਨਮ ਵੀ ਉਸ ਇਲਾਕੇ ਦੇ ਵਿੱਚ ਹੋਇਆ ਜਿਸ ਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਸੁੰਨ ਮੰਡਲ ਕਹਿੰਦੇ ਆ, ਜਿਸ ਨੂੰ ਗੁਰਬਾਣੀ ਵਿੱਚ ਸੱਚਾ ਘਰ ਕਹਿੰਦੇ ਆ। ਤੇ ਉਸ ਸੱਚੇ ਘਰ ਦੇ ਵਿੱਚ ਸਾਡਾ ਜਿਹੜਾ ਜਨਮ ਆ ਉਹ ਸ਼ਬਦ ਰਾਹੀਂ ਹੁੰਦਾ ਆ। ਜਦੋਂ ਅਸੀਂ ਸੱਚ ਦੇ ਵਿੱਚੋਂ ਪ੍ਰਗਟ ਹੁੰਦੇ ਆ, ਜਿਸ ਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾਉਂਦੇ ਆ ਆਪਣੇ ਜਨਮ ਦੇ ਬਾਰੇ। ਕੇਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਜੋਤ ਪ੍ਰਗਟ ਹੁੰਦੀ ਹੈ ਜਿਸ ਨੂੰ ਗੁਰਬਾਣੀ ਦੇ ਵਿੱਚ ਮਨ ਕਿਹਾ ਹੋਇਆ। ਤੇ ਮਹਾਰਾਜ ਗੁਰਬਾਣੀ 'ਚ ਉਪਦੇਸ਼ ਕਰਦੇ ਨੇ, ਸਾਨੂੰ ਸਮਝਾਉਂਦੇ ਨੇ, ਪੰਜ ਤਤ ਸੁਨੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ। ਮਨ ਦਾ ਜਿਹੜਾ ਜਨਮ ਆ, ਜਦੋਂ ਸੱਚ ਵਿੱਚੋਂ ਸ਼ਬਦ ਪ੍ਰਗਟ ਹੁੰਦਾ ਆ ਤੇ ਸ਼ਬਦ ਦੇ ਨਾਲ ਜਿਹੜੀ ਜੋਤ ਪ੍ਰਗਟ ਹੁੰਦੀ ਆ, ਉਥੋਂ ਇਸ ਮਨ ਦਾ ਜਨਮ ਹੁੰਦਾ ਜਿਸ ਨੂੰ ਮਹਾਰਾਜ ਨੇ ਜੋਤ ਸਰੂਪ ਕਿਹਾ ਹੋਇਆ। ਜਿਸ ਦੇ ਪਰਥਾਏ ਗੁਰਬਾਣੀ 'ਚ ਫਰਮਾਉਂਦੇ ਆ, ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮਾ ਸਾਕਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੀਏ ਮਨ ਰੂੜਾ। ਹੁਣ ਜਦੋਂ ਮਨ ਦੀ ਜੋਤ ਪ੍ਰਗਟ ਹੁੰਦੀ ਆ, ਇਹ ਜਿੱਥੇ ਜੋਤ ਪ੍ਰਗਟ ਹੁੰਦੀ ਆ ਉਸ ਨੂੰ ਗੁਰਬਾਣੀ 'ਚ ਕਹਿੰਦੇ ਨੇ ਸੁੰਨ। ਉਹਨੂੰ ਹੀ ਮਨ ਦਾ ਘਰ ਕਿਹਾ ਹੋਇਆ ਵਾ। ਸਤਿਗੁਰੂ ਤੇ ਪਾਏ ਵਿਚਾਰਾ ਸੁੰਨ ਸਮਾਦ ਸੱਚੇ ਘਰ ਬਾਰਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੇ ਨਾਮ ਸਮਾਏ ਦਾ। ਸੁੰਨ ਵਿੱਚੋਂ ਜਦੋਂ ਇਹ ਮਨ ਦੀ ਜੋਤ ਪ੍ਰਗਟ ਹੋਈ ਤਾਂ ਨਿਰੰਕਾਰ ਪਰਮਾਤਮਾ ਜੋ ਇਸ ਮਨ ਦੇ ਮਾਤਾ ਪਿਤਾ ਆ, ਜਿਸ ਮੂਲ ਵਿੱਚੋਂ ਇਹ ਜੋਤ ਪ੍ਰਗਟ ਹੁੰਦੀ ਹੈ, ਜਿਸ ਨੂੰ ਨਿਰੰਕਾਰ ਕਿਹਾ ਵਾ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਨੇ, ਇਹ ਮਨ ਹਰ ਕੋ ਅਹਿਲਾਦ। ਤੇ ਪਰਮਾਤਮਾ ਇਸ ਮਨ ਨੂੰ ਫਿਰ ਉਪਦੇਸ਼ ਦਿੰਦੇ ਆ, ਫਿਰ ਇਸ ਨੂੰ ਸਮਝਾਉਂਦੇ ਆ ਵੀ ਅਸੀਂ ਇੱਕ ਖੇਲ ਬਣਾਇਆ ਹੋਇਆ ਵਾ ਤੇ ਤੈਨੂੰ ਅਸੀਂ ਖੇਲਣ ਵਾਸਤੇ ਭੇਜ ਰਹੇ ਹਾਂ। ਤੇ ਉਸ ਖੇਲ ਦਾ ਤੈਨੂੰ ਸਮਾਂ ਔਰ ਖੇਲਣ ਦਾ ਸਾਰਾ ਅਭਿਆਸ ਤੈਨੂੰ ਕਰਾਇਆ ਜਾਣਾ ਹੈ। ਤੇ ਉਸ ਖੇਲ ਦੇ ਦਾਇਰੇ ਦੇ ਵਿੱਚ ਖੇਲਦਿਆਂ ਹੋਇਆਂ ਤੂੰ ਵਾਪਸ ਇਸੇ ਘਰ ਦੇ ਵਿੱਚ ਆਉਣਾ। ਉਥੇ ਫਿਰ ਜੋ ਪਰਮਾਤਮਾ ਇਸ ਨੂੰ ਸਮਝਾਉਂਦੇ ਆ, ਉਹ ਗੁਰਬਾਣੀ ਦੇ ਵਿੱਚ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਨੇ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ। ਵੀ ਅਸੀਂ ਇੱਕ ਖੇਲ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਬਤੌਰ ਤੈਨੂੰ ਖਿਡਾਰੀ ਭੇਜਣਾ ਵਾ, ਇੱਕ ਮਹਿਮਾਨ ਦੇ ਰੂਪ ਦੇ ਵਿੱਚ ਭੇਜਣਾ ਆ, ਔਰ ਇੱਕ ਤੈਨੂੰ ਪ੍ਰਾਹੁਣਚਾਰੀ ਦੇ ਰੂਪ ਦੇ ਵਿੱਚ, ਮਹਿਮਾਨ ਦੇ ਰੂਪ ਵਿੱਚ, ਔਰ ਤੈਨੂੰ ਇੱਕ ਵਪਾਰੀ ਦੇ ਰੂਪ ਦੇ ਵਿੱਚ ਉੱਥੇ ਭੇਜਣ ਲੱਗੇ ਆ। ਖੇਲਣ ਦਾ ਜਿਹੜਾ ਸਮਾਂ ਆ ਉਹ ਨਿਸ਼ਚਿਤ ਹੋਏਗਾ ਤੇ ਖੇਲਦਿਆਂ ਖੇਲਦਿਆਂ ਤੂੰ ਵਾਪਸ ਆਪਣੇ ਘਰ ਆਉਣਾ ਹੈ, ਆਉਣਾ ਜਾਣਾ ਬਣਾਉਣਾ ਹੈ। ਤੇ ਇਸ ਤਰ੍ਹਾਂ ਖੇਲਣਾ, ਘਰੋਂ ਜਾਣਾ ਆ ਤੇ ਘਰ ਹੀ ਵਾਪਸ ਆਉਣਾ ਹੈ। ਹੁਣ ਨਿਰੰਕਾਰ ਪਰਮਾਤਮਾ ਇਸ ਨੂੰ ਉਪਦੇਸ਼ ਕਰਦੇ ਨੇ, ਸਮਝਾਉਂਦੇ ਨੇ ਕਿ ਜਿੱਥੇ ਤੈਨੂੰ ਅਸੀਂ ਖੇਲਣ ਵਾਸਤੇ ਭੇਜਣਾ, ਪਹਿਲਾਂ ਉਸ ਖੇਲ ਦਾ ਤੈਨੂੰ ਅਭਿਆਸ ਕਰਾਵਾਂਗੇ ਤੇ ਅਭਿਆਸ ਕਰਾਉਣ ਤੋਂ ਬਾਅਦ ਹੀ ਤੈਨੂੰ ਖੇਲ ਦੇ ਵਿੱਚ ਭੇਜਾਂਗੇ। ਤੇ ਫਿਰ ਤੈਨੂੰ ਅਸੀਂ ਸਮਾਂ ਦਿਆਂਗੇ
ਤੇ ਉਸ ਸਮੇਂ ਦੇ ਦਾਇਰੇ ਦੇ ਵਿੱਚ ਤੂੰ ਖੇਲਣਾ, ਤੇ ਫਿਰ ਅਸੀਂ ਦੇਖਾਂਗੇ ਵੀ ਤੂੰ ਖੇਲਦਾ ਹੈ ਵਾਪਸ ਕਰ ਕਿਵੇਂ ਆਉਣਾ। ਜੇ ਤੂੰ ਵਾਪਸ ਆ ਗਿਆ ਤੇ ਮੈਂ ਸਮਝਾਂਗਾ ਵੀ ਤੂੰ ਜਿੱਤ ਗਿਆ, ਤੇ ਜੇ ਤੂੰ ਸਮੇਂ ਦੇ ਦਾਇਰੇ ਵਿੱਚ ਰਹਿੰਦਾ ਹੋਇਆ ਵਾਪਸ ਨਾ ਆ ਸਕਿਆ ਤੇ ਤੈਨੂੰ ਹਾਰਿਆ ਕਰਾਰ ਦਿੱਤਾ ਜਾਏਗਾ ਤੇ ਦੁਬਾਰਾ ਫਿਰ ਖੇਲਣ ਵਾਸਤੇ ਭੇਜਿਆ ਜਾਏਗਾ। ਇਸ ਕਰਕੇ ਪ੍ਰਮਾਤਮਾ ਨੇ ਜਦੋਂ ਉਪਦੇਸ਼ ਦਿੱਤਾ ਤੇ ਹੁਕਮ ਕੀਤਾ ਵੀ ਮਨ ਨੂੰ ਕਿ ਤੁਸੀਂ ਹੁਣ ਜਾਣਾ ਹੈ ਅਭਿਆਸ ਕਰਨ ਵਾਸਤੇ, ਤੇ ਪਹਿਲਾਂ ਆਪਣੇ ਆਪ ਨੂੰ ਦੇਖੋ, ਸਰੂਪ ਦੇਖੋ ਆਪਣਾ। ਤੇ ਜਦੋਂ ਗੁਰਮੁਖ ਮਨ ਆਪਣਾ ਸਰੂਪ ਦੇਖਦਾ ਤਾਂ ਨਗਨ ਅਵਸਥਾ ਦੇ ਵਿੱਚ ਹੁੰਦਾ, ਉਸ ਅਵਸਥਾ ਵਿੱਚ ਤੇ ਦੇਖਦਾ ਤੇ ਫਿਰ ਮਾਲਕ ਵੱਲ ਦੇਖਦਾ। ਤੇ ਪਰਮਾਤਮਾ ਇਸ ਨੂੰ ਹੁਕਮ ਕਰਦੇ ਨੇ, ਕਹਿੰਦੇ ਨੇ ਨਾਂਗੇ ਆਵਣ ਨਾਂਗੇ ਜਾਣ, ਹਰ ਹੁਕਮ ਪਾਇਆ ਕਿਆ ਕੀਜੇ। ਪਰਮਾਤਮਾ ਹੁਕਮ ਦਿੰਦੇ ਨੇ ਵੀ ਇਸੇ ਤਰ੍ਹਾਂ ਜਾਓ ਤੇ ਤੁਹਾਡਾ ਹੁਣ ਸੰਜੋਗ ਪੰਜਾਂ ਤੱਤਾਂ ਦੇ ਨਾਲ ਕੀਤਾ ਜਾਏਗਾ। ਹੁਣ ਪਰਮਾਤਮਾ ਆਪਣੇ ਨਾਲੋਂ ਵਿਛੋੜਾ ਪਾ ਕੇ ਉਸ ਅਵਸਥਾ ਵਿੱਚੋਂ ਤੇ ਮਨ ਦਾ ਜਿਹੜਾ ਸੰਜੋਗ ਆ ਉਹ ਪੰਜਾਂ ਤੱਤਾਂ ਦੇ ਪੁਤਲੇ ਦੇ ਨਾਲ ਕਰਦੇ ਆ। ਤੇ ਇਸ ਮਨ ਨੂੰ ਕਿੱਥੇ ਭੇਜਦੇ ਨੇ ਖੇਲਣ ਵਾਸਤੇ? ਮਾਰੇ ਗੁਰਬਾਣੀ ਵਿੱਚ ਸਮਝਾਉਂਦੇ ਨੇ, ਸਜੋਗ ਵਿਜੋਗ ਧੁਰੋਹੀ ਹੋਊਗਾ, ਪੰਜ ਧਾਤ ਕਰ ਪੁਤਲਾ ਕੀਆ, ਸਾਹੇ ਕੇ ਫਰਮਾਇੜੇ ਜੀ ਦੇਹੀ ਵਿੱਚ ਜੀਉ ਆਏ ਪਿਆ। ਜਦੋਂ ਆਪਣੇ ਨਾਲੋਂ ਵਿਜੋਗ ਪਾ ਦਿੰਦੇ ਨੇ ਔਰ ਪੰਜਾਂ ਤੱਤਾਂ ਦਾ ਜਿਹੜਾ ਪੁਤਲਾ ਆ ਇਹਦੇ ਨਾਲ ਇਹਦਾ ਮਨ ਦੀ ਜੋਤ ਦਾ ਸੰਜੋਗ ਕਰਦੇ ਨੇ। ਤੇ ਕਿੱਥੇ ਸੰਜੋਗ ਕਰਦੇ ਨੇ? ਜਿੱਥੇ ਅਗਨ ਪਖੇ ਪੜਹਾਰੇ, ਉਰਦ ਮੁਖ ਮਹਾਂ ਗਵਾਰੇ। ਮਾਤਾ ਦੇ ਉਦਰ ਵਿੱਚ ਜਿੱਥੇ ਅਗਨ ਦੇ ਭਾਂਬੜ ਨੇ, ਮਚ ਰਹੇ ਨੇ, ਅਗਨ ਦਾ ਤੱਤ ਹੈ, ਉਥੇ ਇਸ ਜੋਤ ਨੂੰ ਭੇਜਿਆ ਜਾਂਦਾ। ਤੇ ਉੱਥੇ ਤੱਤਾਂ ਨੂੰ ਹੁਕਮ ਕਰਦੇ ਨੇ ਵੀ ਇਹਦੇ ਨਾਲ ਸੰਜੋਗ ਕਰੋ। ਤੇ ਜਦੋਂ ਤੱਤ ਇਹਦੇ ਨਾਲ ਸੰਜੋਗ ਕਰਨਾ ਸ਼ੁਰੂ ਕਰ ਦਿੰਦੇ ਆ ਮਨ ਦੇ ਨਾਲ, ਇਹ ਭੈ ਭੀਤ ਹੋ ਜਾਂਦਾ ਵਾ, ਇਹ ਪਰਮਾਤਮਾ ਨੂੰ ਚੇਤੇ ਕਰਦਾ ਆ ਤੇ ਉਥੇ ਇਹਦੀ ਲਿਵ ਜਿਹੜੀ ਆ ਉਹ ਸ਼ਬਦ ਦੇ ਨਾਲ ਜੋੜ ਦਿੰਦੇ ਨੇ ਤੇ ਆਪਣੇ ਨਾਲ ਸੰਜੋਗ ਕਰ ਲੈਂਦੇ। ਇਥੋਂ ਫਿਰ ਇਹਦਾ ਇੱਕ ਖੇਲ ਸ਼ੁਰੂ ਹੁੰਦਾ। ਮਾਰੇ ਕਹਿੰਦੇ ਨੇ ਸੰਜੋਗ ਵਿਜੋਗ ਧੁਰੋਹੀ ਹੁਆ, ਪੰਜ ਧਾਤਰ ਪੁਤਲਾ ਕੀਆ, ਸਾਹੇ ਕੇ ਫਰਮਾਇੜੇ ਜੀ ਦੇਹੀ ਵਿੱਚ ਜੀਉ ਆਏ ਪਿਆ। ਕਿੱਥੇ ਆ ਗਿਆ? ਜਿੱਥੇ ਅਗਨ ਪਖੇ ਪੜਹਾਰੇ, ਉਰਦ ਮੁਖ ਮਹਾਂ ਗਵਾਰੇ। ਸਾਸ ਸਾਸ ਸੰਭਾਲੇ ਸੋਈ, ਉਥੇ ਖਸਮ ਛਡਾਏ ਲਿਆ। ਜਦੋਂ ਇਹਦੇ ਨਾਲ ਤੱਤ ਸੰਜੋਗ ਕਰਦੇ ਨੇ, ਇਹ ਪਰਮਾਤਮਾ ਨੂੰ ਚੇਤੇ ਕਰਦਾ ਤੇ ਪਰਮਾਤਮਾ ਉੱਥੇ ਅਨਹਦ ਸ਼ਬਦ ਦੇ ਦੁਆਰਾ ਇਸ ਮਨ ਦੀ ਜਿਹੜੀ ਜੋਤ ਆ ਉਹਦੇ ਨਾਲ ਸੰਜੋਗ ਕਰ ਲੈਂਦੇ ਆ। ਜਦੋਂ ਸ਼ਬਦ ਦੇ ਨਾਲ ਇਹਦੀ ਸੁਰਤ ਜੁੜਦੀ ਆ, ਰੱਖਿਆ ਚੱਕਰ ਬਣਦਾ, ਇਧਰ ਇਹ ਜਿਹੜੇ ਤੱਤ ਆ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ, ਇਧਰ ਸਰੀਰ ਦੀ ਰਚਨਾ ਸ਼ੁਰੂ ਹੋ ਜਾਂਦੀ ਹੈ। ਜਿਵੇਂ ਜਿਵੇਂ ਆਕਾਰ ਦੀ ਰਚਨਾ ਹੋ ਰਹੀ ਆ, ਇਧਰ ਇਹਦੀ ਸ਼ਬਦ ਨਾਲ ਲਿਵ ਜੁੜੀ ਆ, ਇਹ ਆਨੰਦ ਅਵਸਥਾ ਦੇ ਵਿੱਚ ਬੈਠਾ ਹੋਇਆ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਜੈਸੇ ਜਨਨ ਜਠਰ ਮੇਂ ਪ੍ਰਾਣੀ, ਉਹ ਰਹਿਤਾ ਨਾਮ ਆਧਾਰ, ਸਾਸ ਸਾਸ ਮਾਰੇ ਸੋਈ, ਨਾ ਪੋਹੇ ਅਗਨਾਰ। ਉਧਰ ਜਿਵੇਂ ਆਨੰਦ ਅਵਸਥਾ ਵਿੱਚ ਬੈਠਿਆਂ ਬੈਠਿਆਂ ਯਕਦਮ ਹੀ ਇਹਦੀ ਲਿਵ, ਮਨ ਦੀ ਜਿਹੜੀ ਲਿਵ ਆ ਉਹ ਸ਼ਬਦ ਨਾਲੋਂ ਤੋੜ ਦਿੰਦੇ ਆ। ਤੇ ਜਿਉਂ ਹੀ ਸ਼ਬਦ ਨਾਲ ਲਿਵ ਟੁੱਟਦੀ ਤੇ ਜਿਹੜੇ ਜਨਨ ਜਠਰ ਦੇ ਵਿੱਚ ਤੱਤ ਨੇ ਉਹਨਾਂ ਦਾ ਸੇਕ ਲੱਗਦਾ ਮਨ ਨੂੰ। ਜਦੋਂ ਸੇਕ ਲੱਗਦਾ ਤੇ ਦੁਖੀ ਹੁੰਦਾ ਤੇ ਤੜਫਦਾ, ਮਾਤਾ ਦੇ ਉਦਰ ਦੇ ਵਿੱਚ ਫਿਰ ਤੜਫਦਾ ਆ, ਹਿੱਲਦਾ ਆ, ਫਿਰ ਬੇਨਤੀਆਂ ਕਰਦਾ। ਜਦੋਂ ਬੇਨਤੀਆਂ ਕਰਦਾ ਤੇ ਫਿਰ ਇਹਦੀ ਲਿਵ ਸ਼ਬਦ ਨਾਲ ਜੋੜ ਦਿੰਦੇ ਆ ਮਨ ਦੀ। ਜਦੋਂ ਸ਼ਬਦ ਨਾਲ ਮਨ ਦੀ ਲਿਵ ਜੁੜਦੀ ਆ ਤੇ ਫਿਰ ਸਨਮੁਖ ਹੁੰਦਾ ਤੇ ਮਹਾਰਾਜ ਨੂੰ ਕਹਿੰਦਾ, ਇੱਕ ਪਾਲਖਿਨ ਵਿਸਰੇ ਸੁਆਮੀ, ਜਾਣੋ ਬਰਸ 85। ਵੀ ਇੱਕ ਪਲ ਦਾ ਵਿਛੋੜਾ ਪਿਆ ਤੇ ਐਂ ਲੱਗਾ ਵੀ ਜਿਸ ਤਰ੍ਹਾਂ ਬਹੁਤ ਸਮਾਂ ਹੋ ਗਿਆ, ਕਿਰਪਾ ਕਰੋ ਮੈਨੂੰ ਇਸ ਤਰ੍ਹਾਂ ਜੋੜ ਕੇ ਰੱਖੋ। ਫਿਰ ਇਸ ਨੂੰ ਆਕਾਸ਼ਵਾਣੀ ਹੁੰਦੀ ਆ, ਪਰਮਾਤਮਾ ਸਮਝਾਉਂਦੇ ਆ ਵੀ ਇਹੀ ਤਾਂ ਮੈਂ ਖੇਲ ਰਚਿਆ ਹੋਇਆ ਵਾ, ਵੀ ਜਿਸ ਤਰ੍ਹਾਂ ਸ਼ਬਦ ਦੇ ਨਾਲੋਂ ਲਿਵ ਟੁੱਟੀ
ਤੇ ਜਨਨ ਜਠਰ ਦਾ ਸੇਕ ਲੱਗਾ। ਇਹ ਤੇਰਾ ਅਭਿਆਸ ਹੋ ਰਿਹਾ ਵਾ। ਤੇ ਜਦੋਂ ਤੂੰ ਇਸ ਉਦਰ ਦੇ ਵਿੱਚੋਂ ਮਾਇਆ ਦੇ ਗਰਭ ਦੇ ਵਿੱਚ ਜਾਏਗਾ ਤੇ ਮਾਇਆ ਦੀ ਜਿਹੜੀ ਅਗਨ ਆ ਉਹ ਵੀ ਇਸੇ ਗਰਭ ਵਰਗੀ ਆ। ਉਥੇ ਵੀ ਜੇ ਸ਼ਬਦ ਦਾ ਰੱਖਿਆ ਚੱਕਰ ਨਾ ਬਣਾਇਆ ਤੇ ਮਾਇਆ ਦੀ ਅਗਨ ਵੀ ਤੈਨੂੰ ਜਲਾਏਗੀ, ਸਾੜੇਗੀ, ਦੁਖੀ ਕਰ ਦੇਗੀ। ਉਥੇ ਫਿਰ ਪਰਮਾਤਮਾ ਇਸ ਮਨ ਨੂੰ ਕੀ ਕਹਿੰਦੇ ਆ, ਜੈਸੀ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ। ਵੀ ਇਹੀ ਤਾਂ ਖੇਲ ਹੈ ਜਿਹਦਾ ਤੈਨੂੰ ਅਭਿਆਸ ਕਰਾ ਰਹੇ ਹਾਂ। ਹੁਣ ਉਥੇ ਇਹ ਅਭਿਆਸ ਚੱਲਦਾ ਰਹਿੰਦਾ ਮਨ ਦਾ, ਲਿਵ ਟੁੱਟਦੀ ਹੈ, ਜੁੜਦੀ ਰਹਿੰਦੀ ਹੈ। ਹੌਲੀ ਹੌਲੀ ਇਹ ਤੱਤ ਜੁੜਦੇ ਨੇ ਤੇ ਆਕਾਰ ਤਿਆਰ ਹੋ ਜਾਂਦਾ। ਜਦੋਂ ਇਹ ਆਕਾਰ ਤਿਆਰ ਹੋ ਗਿਆ, ਇਹ ਘਰ ਬਣ ਗਿਆ, ਤਾਂ ਪਰਮਾਤਮਾ ਇਸ ਜਦੋਂ ਆਕਾਰ ਤਿਆਰ ਹੋ ਗਿਆ ਤੇ ਇਸ ਘਰ ਦੇ ਵਿੱਚ ਮਨ ਦੇ ਰਹਿਣ ਵਾਸਤੇ ਇੱਕ ਸਪੈਸ਼ਲ ਘਰ ਤਿਆਰ ਕਰਦੇ ਆ ਜਿਹਨੂੰ ਨਿੱਜ ਘਰ ਕਹਿੰਦੇ ਆ। ਔਰ ਉਸ ਨਿੱਜ ਘਰ ਦੇ ਵਿੱਚ ਫਿਰ ਆਪਣੀ ਜੋਤ ਟਿਕਾਉਂਦੇ ਆ, ਜੋਤ ਰੱਖਦੇ ਆ, ਜਿਸ ਨੂੰ ਦਸਵਾਂ ਦੁਆਰ ਵੀ ਗੁਰਬਾਣੀ 'ਚ ਕਿਹਾ ਹੋਇਆ। ਤੇ ਜੋਤ ਰੱਖ ਕੇ ਫਿਰ ਮਨ ਨੂੰ ਉਸ ਦਸਵੇਂ ਦੁਆਰ ਦੇ ਵਿੱਚ ਬੁਲਾ ਕੇ ਤੇ ਸਮਝਾਉਣਾ ਸ਼ੁਰੂ ਕਰਦੇ ਆ। ਤੇ ਕਿਸ ਤਰ੍ਹਾਂ ਸਮਝਾਉਂਦੇ ਆ, ਮਾਰੇ ਗੁਰਬਾਣੀ ਦੱਸਦੇ ਨੇ। ਜਦੋਂ ਇਹ ਕਾਇਆ ਤਿਆਰ ਹੋ ਜਾਂਦੀ ਹੈ, ਪਰਮਾਤਮਾ ਆਪਣੀ ਜੋਤ ਰੱਖਦੇ ਨੇ ਤੇ ਉਸ ਮਹਿਲ ਦੇ ਵਿੱਚ ਇਸ ਮਨ ਨੂੰ ਬੁਲਾਉਂਦੇ ਨੇ। ਪਾਤਸ਼ਾਹ ਕਹਿੰਦੇ, ਕਾਇਆ ਮੰਦਰ ਮਹਿਲ ਘਰ ਹਰ ਕਾ, ਤਿਸ ਵਿੱਚ ਰੱਖੀ ਜੋਤ ਅਪਾਰ, ਨਾਨਕ ਗੁਰਮੁਖ ਮਹਿਲ ਬੁਲਾਈਏ, ਹਰ ਮੇਲੇ ਮਿਲਣਹਾਰ। ਹੁਣ ਉਸ ਮਹਿਲ ਦੇ ਵਿੱਚ ਇਸ ਮਨ ਨੂੰ ਜਦੋਂ ਬੁਲਾਇਆ ਜਾਂਦਾ ਤੇ ਉੱਥੇ ਪਰਮਾਤਮਾ ਸਾਨੂੰ ਉਪਦੇਸ਼ ਕਰਦੇ, ਫਿਰ ਸਮਝਾਉਂਦੇ ਆ ਵੀ ਹੁਣ ਆਕਾਰ ਤਿਆਰ ਹੋ ਚੁੱਕਾ ਆ। ਇਸ ਆਕਾਰ ਦੇ ਵਿੱਚ ਤੁਹਾਡੇ ਰਹਿਣ ਵਾਸਤੇ ਇੱਕ ਸਪੈਸ਼ਲ ਇਹ ਮਹਿਲ, ਇਹ ਘਰ ਬਣਾ ਦਿੱਤਾ ਵਾ। ਤੇ ਤੁਹਾਡੀ ਜਿਹੜੀ ਖੁਰਾਕ ਆ ਇਸ ਨਿੱਜ ਮਹਿਲ ਦੇ ਵਿੱਚ ਰੱਖੀ ਹੋਈ ਹੈ। ਤੁਹਾਡੀ ਜਿਹੜੀ ਖੁਰਾਕ ਆ ਉਹ ਅੰਮ੍ਰਿਤ ਰਸ ਆ। ਹੁਣ ਆਪਣੇ ਸਾਰਿਆਂ ਦੀ ਖੁਰਾਕ ਨੂੰ ਮਾਰੇ ਗੁਰਬਾਣੀ 'ਚ ਕਹਿੰਦੇ ਨੇ, ਮਨ ਕਾ ਤੋਸਾ ਹਰ ਨਾਮ ਹੈ। ਮਨ ਦੀ ਖੁਰਾਕ ਅੰਮ੍ਰਿਤ ਰਸ ਆ। ਪਾਤਸ਼ਾਹ ਸਮਝਾਉਂਦੇ ਆ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹ ਖਰਚ ਅਖੁੱਟ ਹੈ, ਗੁਰਮੁਖ ਨਿਭੇ ਨਾਲ। ਵੀ ਤੁਹਾਡੀ ਖੁਰਾਕ ਅੰਮ੍ਰਿਤ ਰਸ ਆ। ਇਹ ਵਸਤੂ ਇਸ ਮਹਿਲ ਦੇ ਵਿੱਚ ਰੱਖ ਦਿੱਤੀ ਹੈ। ਹੁਣ ਜਦੋਂ ਤੁਸੀਂ ਖੇਲਣ ਵਾਸਤੇ ਜਾਣਾ ਤੇ ਤੁਹਾਡਾ ਜਿਹੜਾ ਖੇਲ ਆ ਇਹ ਪਾਉਣ ਦੁਆਰਾ ਸ਼ੁਰੂ ਹੋਣਾ ਵਾ। ਜਦੋਂ ਤੁਸੀਂ ਨਿੱਜ ਮਹਿਲ ਦੇ ਵਿੱਚੋਂ ਪਾਉਣ ਦੇ ਵਿੱਚ ਜਾ ਕੇ ਮਿਲੋਗੇ, ਪਾਉਣ ਵਿੱਚ ਮਿਲਣ ਦੇ ਨਾਲ ਇਹ ਤੁਹਾਡਾ ਜਿਹੜਾ ਆਕਾਰ ਆ ਇਹਦੇ 9 ਦਰ ਖੁੱਲ ਜਾਣਗੇ। ਔਰ ਇਹ ਜਿਹੜਾ ਦਸਵਾਂ ਦੁਆਰ ਆ ਇਹ ਗੁਪਤ ਹੋ ਜਾਏਗਾ। ਤੇ ਜਿਉਂ ਹੀ ਤੁਸੀਂ 9 ਦਰਾਂ ਦੇ ਵਿੱਚ ਜਾਓਗੇ ਤੇ ਇਸ ਦਸਵੇਂ ਦੁਆਰ ਨੂੰ ਅੰਦਰੋਂ ਮੈਂ ਜਿੰਦਰਾ ਲਾ ਦਿਆਂਗਾ। ਉਹ ਜਿੰਦਰਾ ਵੀ ਪ੍ਰਾਣਾਂ ਦਾ ਹੋਏਗਾ ਤੇ ਵਿੱਚ ਹੀ ਇਹਦੇ ਚਾਬੀ ਰੱਖੀ ਜਾਏਗੀ, ਉਹ ਵੀ ਪਾਉਣ ਦੀ ਹੋਏਗੀ। ਤੇ ਜਦੋਂ ਤੁਸੀਂ ਖੇਲਣ ਤੋਂ ਬਾਅਦ ਵਾਪਸ ਆਉਣਾ ਆ, ਪਾਉਣ ਨੂੰ ਸਮ ਕਰਕੇ, ਜਿਸ ਤਰ੍ਹਾਂ ਤੁਹਾਨੂੰ ਹੁਣ ਵਿਧੀ ਦੱਸੀ ਹੋਈ ਆ, ਜਿਸ ਤਰ੍ਹਾਂ ਤੁਹਾਨੂੰ ਇਹ ਅਭਿਆਸ ਕਰਾਇਆ ਹੋਇਆ ਵਾ ਵੀ ਤੁਹਾਡੀ ਲਿਵ ਟੁੱਟਦੀ ਆ, ਫਿਰ ਕਿਸ ਤਰ੍ਹਾਂ ਤੁਸੀਂ ਬੇਨਤੀ ਕਰਦੇ ਹੋ। ਇਸੇ ਦਾ ਜੋ ਦਰ ਤੇ ਆਓਗੇ, ਸ਼ਬਦ ਪ੍ਰਗਟ ਹੋਏਗਾ, ਸ਼ਬਦ ਨਾਲ ਧਿਆਨ ਜੋੜੋਗੇ ਤੇ ਦਰ ਖੁੱਲ ਜਾਏਗਾ ਤੁਹਾਡਾ। ਇਸ ਵਸਤੂ ਨੂੰ ਤੁਸੀਂ ਪ੍ਰਾਪਤ ਕਰ ਲਓਗੇ। ਹੁਣ ਜੋ ਮਨ ਦੇ ਤੇ ਪਰਮਾਤਮਾ ਦੇ ਆਪਸ ਵਿੱਚ ਬਚਨ ਹੋ ਰਹੇ ਆ, ਉਹ ਫਿਰ ਗੁਰਬਾਣੀ 'ਚ ਦੱਸ ਰਹੇ ਆ। ਤੇ ਪਰਮਾਤਮਾ ਕੀ ਕਹਿਣ ਲੱਗੇ ਨੇ, ਸਮਝਾਉਂਦੇ ਨੇ, ਕਹਿੰਦੇ, ਖੱਟ ਨੇਮ ਕਰ ਕੋਠੜੀ ਬੰਨ੍ਹਦੀ, ਬਸਤ ਅਨੂਪ ਬੀਚ ਪਾਈ। ਵੀ ਤੁਹਾਨੂੰ ਇਹ ਖੱਟ ਚੱਕਰਾਂ ਦੇ ਉੱਪਰ ਇਹ ਸਪੈਸ਼ਲ ਇੱਕ ਘਰ ਬਣਾ ਦਿੱਤਾ, ਕੋਠੜੀ। ਇਹਦੇ ਵਿੱਚ ਇੱਕ ਵਸਤੂ ਰੱਖ ਦਿੱਤੀ ਹੈ, ਇਹ ਤੁਹਾਡੇ ਵਾਸਤੇ ਹੈ। ਕੁੰਜੀ ਕੁਲਫ ਪ੍ਰਾਣ ਕਾ ਰਾਖੇ, ਕਰਤੇ ਬਾਹਰ ਨਾ ਲਾਈ। ਵੀ ਇਸ ਨੂੰ ਪ੍ਰਾਣਾਂ ਦਾ ਜੰਦਰਾ ਲਾਤਾ, ਵਿੱਚ ਚਾਬੀ ਹੈ। ਵੀ ਹੁਣ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਆ
ਖੇਲ ਸ਼ੁਰੂ ਹੋ ਜਾਣਾ ਥੋੜੇ ਚਿਰ ਨੂੰ। ਤੇ ਤੁਸੀਂ ਇਸ ਘਰ ਦੇ ਵਿੱਚੋਂ ਨਿਕਲਣਾ, ਆ ਪੌਣ ਵਿੱਚ ਮਿਲਣਾ ਜਾ ਕੇ। ਆ ਜਿਹੜੇ ਦੋ ਸੁਰਾਂ ਨੇ ਜਿਸ ਵਿੱਚ ਪੌਣ ਚੱਲ ਰਹੀ ਆ, ਤੇ ਪੌਣ ਦੇ ਵਿੱਚ ਜਾ ਕੇ ਮਿਲਣਾ, ਤੇ ਉੱਥੇ ਜਾ ਕੇ ਤੁਸੀਂ ਗਾਫਲ ਨਹੀਂ ਹੋਣਾ। ਜਿਵੇਂ ਤੁਸੀਂ ਪੌਣ ਵਿੱਚ ਮਿਲੋਗੇ ਤੇ ਮਾਇਆ ਦਾ ਘਰ ਸ਼ੁਰੂ ਹੋ ਜਾਏਗਾ। ਉਥੇ ਕੀ ਕਰਨਾ ਵਾ, ਆਪ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੁੱਸੇ ਘਰ ਜਾਈ। ਉਥੇ ਤੁਸੀਂ ਜਾਗਤ ਅਵਸਥਾ ਦੇ ਵਿੱਚ ਰਹਿਣਾ, ਗਾਫਲ ਨਹੀਂ ਹੋਣਾ। ਜਿਹੜੀ ਤੁਹਾਨੂੰ ਜੋਤ ਦਿੱਤੀ ਆ, ਆਪਣੇ ਮਨ ਦੀ ਜੋਤ ਦਾ ਇਸਤੇਮਾਲ ਕਰਨਾ, ਜਾਗਤ ਅਵਸਥਾ ਦੇ ਵਿੱਚ ਰਹਿਣਾ ਵਾ। ਤੇ ਜੇ ਤੁਸੀਂ ਗਾਫਲ ਹੋ ਗਏ, ਭਰਮ ਦੇ ਵਿੱਚ ਪੈ ਗਏ, ਤੇ ਚੋਰ ਲੁੱਟ ਲੈਣਗੇ ਤੁਹਾਡਾ ਸਾਰਾ ਖਜ਼ਾਨਾ। ਇਸ ਕਰਕੇ ਜਦੋਂ ਤੁਸੀਂ ਘਰੋਂ ਨਿਕਲਣਾ ਵਾ, ਆਹ ਦਰ ਆ ਜਿੱਥੋਂ ਪੌਣ ਪ੍ਰਵੇਸ਼ ਹੋ ਕੇ ਹੇਠਾਂ ਨੂੰ ਆਉਂਦੀ ਹੈ। ਤੇ ਪੌਣ ਦੇ ਉਰਲੇ ਪਾਸੇ ਤੇ ਪਾਤਸ਼ਾਹ ਕਹਿਣ ਲੱਗੇ, ਪੰਜ ਪਹਿਰੂਆ ਦਰ ਮੇ ਰਹਤੇ, ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰਹੋ, ਤੋ ਲੈ ਪ੍ਰਗਾਸ ਉਜਾਰਾ। ਵੀ ਜਦੋਂ ਤੁਸੀਂ ਘਰੋਂ ਨਿਕਲਣਾ ਤੇ ਸ਼ਬਦ ਦੇ ਨਾਲ ਹੀ ਨਿਕਲਣਾ ਵਾ। ਵੀ ਜਦੋਂ ਤੁਸੀਂ ਪ੍ਰਵੇਸ਼ ਹੋਣਾ ਖੇਲਣ ਵਾਸਤੇ, ਤੇ ਸ਼ਬਦ ਦੇ ਵਿੱਚ ਸਮਾ ਕੇ ਚੱਲਣਾ ਵਾ। ਜਿੱਥੋਂ ਤੱਕ ਸ਼ਬਦ ਦੀ ਆਵਾਜ਼ ਚੱਲਦੀ ਰਹੇਗੀ, ਜੇ ਸ਼ਬਦ ਦੇ ਨਾਲ ਤੁਸੀਂ ਜੁੜੇ ਰਹੋਗੇ, ਸ਼ਬਦ ਤੇ ਸੁਰਤ ਦਾ ਮਿਲਾਪ ਰਹੇਗਾ ਤੁਹਾਡਾ, ਤੇ ਇਹ ਸਾਰੇ ਤੁਹਾਡੇ ਨੌਕਰ ਬਣੇ ਰਹਿਣਗੇ, ਇਹ ਤੁਹਾਡੇ ਨੇੜੇ ਨਹੀਂ ਆਉਣਗੇ। ਕਾਲ ਦੇ ਦਾਇਰੇ ਦੇ ਵਿੱਚ ਇਹ ਜਿਹੜੇ ਪੰਜ ਚੋਰ ਨੇ, ਔਰ ਇਹ ਜਿਹੜੀ ਕਾਲ ਦੀ ਸਾਰੀ ਟੀਮ ਆ, ਇਹ ਤੁਹਾਡੇ ਹੁਕਮ ਦੇ ਵਿੱਚ ਚੱਲੇਗੀ। ਤੇ ਹੁਕਮ ਦੇ ਵਿੱਚ ਚੱਲਣ ਦੇ ਨਾਲ ਇਹ ਤੁਹਾਡੇ ਨੇੜੇ ਨਹੀਂ ਆਉਗੇ। ਮੈਂ ਇਹਨਾਂ ਨੂੰ ਹੁਕਮ ਕੀਤਾ ਹੋਇਆ, ਜੈ ਸਾਧੂ ਗੋਬਿੰਦ ਭਜਨ, ਨਾਨਕ ਕੀਰਤਨ ਨੀਤ, ਅਣਾ ਹੋਣਾ ਤੂੰ ਅਣਾ ਛੁਟੈ, ਨਿਕਟ ਨ ਜਾਹਿਓ ਦੂਤ। ਤੇ ਜੇ ਤੁਸੀਂ ਪ੍ਰਵੇਸ਼ ਹੁੰਦਿਆਂ ਸ਼ਬਦ ਨਾਲੋਂ ਵਿਸਰ ਗਿਆ ਤੁਹਾਨੂੰ, ਜੇ ਮਨ ਦੀ ਤੁਹਾਡੀ ਲਿਵ ਸ਼ਬਦ ਨਾਲ ਟੁੱਟ ਗਈ, ਤੇ ਇਹ ਤੁਹਾਨੂੰ ਪਕੜ ਲੈਣਗੇ। ਇਸ ਕਰਕੇ ਆਪਣੀ ਕਲਾ ਦਾ ਇਸਤੇਮਾਲ ਕਰਨਾ, ਜੋ ਕਲਾ ਸਾਨੂੰ ਸਾਰਿਆਂ ਨੂੰ ਦਿੱਤੀ ਹੋਈ ਹੈ, ਤੇ ਉਸ ਕਲਾ ਦਾ ਇਸਤੇਮਾਲ ਕਰਕੇ ਆਪਣੀ ਜੋਤ ਦਾ ਇਸਤੇਮਾਲ ਕਰਨਾ, ਆਪਣੇ ਸ਼ਰਵਣਾਂ ਦਾ ਇਸਤੇਮਾਲ ਕਰਨਾ, ਤੇ ਆਪਣੀ ਰਸਨਾ ਦਾ ਸਹੀ ਇਸਤੇਮਾਲ ਕਰਨਾ। ਜੇ ਤੁਸੀਂ ਆਪਣੀ ਕਲਾ ਦਾ ਜੋਤ ਦਾ ਇਸਤੇਮਾਲ ਕਰੋਗੇ ਤੇ ਮੇਰੇ ਸਨਮੁਖ ਰਹੋਗੇ। ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਜਿਹੜੀ ਆਪਾਂ ਨੂੰ ਜੋਤ ਦਿੱਤੀ ਆ, ਉਹ ਜੋਤ ਦਾ ਕਿਵੇਂ ਇਸਤੇਮਾਲ ਕਰਨਾ ਆਪਾਂ ਸਾਰਿਆਂ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਵੀ ਜਦੋਂ ਤੁਸੀਂ ਜੋਤ ਦਾ ਇਸਤੇਮਾਲ ਕਰੋਗੇ, ਉਸ ਇਲਾਕੇ ਦੇ ਵਿੱਚ ਵੀ ਮੈਨੂੰ ਦੇਖੋਗੇ, ਮੇਰੇ ਸਨਮੁਖ ਰਹੋਗੇ। ਤੇ ਫਿਰ ਇਹ ਜਿਹੜੇ ਸ਼ਰਵਣ ਨੇ, ਇਹਨਾਂ ਦਾ ਇਸਤੇਮਾਲ ਕਰੋਗੇ, ਤੇ ਇਹਨਾਂ ਦਾ ਇਸਤੇਮਾਲ ਕਰੋਗੇ ਤੇ ਤੁਹਾਡੀ ਲਿਵ ਸ਼ਬਦ ਨਾਲ ਜੁੜੀ ਰਹੇਗੀ। ਇਹ ਸ਼ਰਵਣੋ ਮੇਰਿਓ ਸਾਚੇ ਸੋਨੇ ਨੂੰ ਪਠਾਏ, ਸਾਚੇ ਸੋਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਬਾਣੀ। ਵੀ ਜੋ ਇਹ ਮੇਰੀ ਆਵਾਜ਼ ਹੈ ਸ਼ਬਦ ਹੈ, ਅਨਹਦ ਸ਼ਬਦ ਹੈ, ਇਹਨੂੰ ਤੁਸੀਂ ਲਗਾਤਾਰ ਸੁਣਦੇ ਰਹਿਣਾ। ਤੇ ਜੇ ਲਗਾਤਾਰ ਸੁਣਦੇ ਰਹੋਗੇ ਤੇ ਤੁਹਾਨੂੰ ਰਸ ਆਉਂਦਾ ਰਹੇਗਾ, ਅੰਮ੍ਰਿਤ ਰਸ ਆਉਂਦਾ ਰਹੇਗਾ, ਖੁਰਾਕ ਮਿਲਦੀ ਰਹੇਗੀ, ਤੇ ਇਹ ਤੁਹਾਡੇ ਹੁਕਮ 'ਚ ਚੱਲਣਗੇ, ਤੁਹਾਡੇ ਨੇੜੇ ਨਹੀਂ ਆ ਸਕਦੇ। ਪੰਜ ਪਹਿਰੂਆ ਦਰ ਮੇ ਰਹਤੇ, ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰਹੋ, ਤੋ ਲੈ ਪ੍ਰਗਾਸ ਉਜਾਰਾ। ਤੇ ਜੇ ਤੁਸੀਂ ਘਰੋਂ ਨਿਕਲੇ, ਮਹਿਲ ਵਿੱਚੋਂ ਪੌਣ ਵਿੱਚ ਗਏ, ਤੇ 9 ਦਰਾਂ ਵਿੱਚ ਜਾ ਕੇ ਤੇ ਗਾਫਲ ਹੋ ਗਏ, ਇਹਨਾਂ ਦੇ ਆਖੇ ਲੱਗ ਗਏ, ਤੇ 9 ਦਰਾਂ ਦੇ ਵਿੱਚ ਹੀ ਚੱਲਦੇ ਰਹੋਗੇ, ਫਿਰ 10ਵੇਂ ਦੇ ਵਿੱਚ ਨਹੀਂ ਆ ਸਕਦੇ। ਤੇ ਪਾਤਸ਼ਾਹ ਸਮਝਾਉਣ ਲੱਗੇ, ਕਹਿੰਦੇ 9 ਘਰ ਦੇਖ ਜੋ ਕਾਮਨ ਭੂਲੀ, ਬਸਤ ਅਨੂਪ ਨ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ, 10ਵੇਂ ਤੱਤ ਸਮਾਈ। ਹੁਣ ਇਹ ਪਰਮਾਤਮਾ ਨੇ, ਜੋ ਸਾਡਾ ਮਾਤਾ ਪਿਤਾ ਆ ਨਿਰੰਕਾਰ, ਉਹਨਾਂ ਨੇ ਸਾਡੇ ਨਾਲ ਇਹ ਬਚਨ ਕੀਤੇ। ਤੇ ਜਦੋਂ ਮਨ ਦੇ ਨਾਲ ਇਹ ਬਚਨ ਕੀਤੇ, ਸਮਝਾਇਆ ਤੇ ਹੁਕਮ ਕੀਤਾ ਵੀ ਚਲੋ ਹੁਣ ਤੁਹਾਡਾ ਇਮਤਿਹਾਨ ਹੋਣ ਲੱਗਾ। ਇਹ ਬਚਨ ਕਰਦਿਆਂ ਕਰਦਿਆਂ ਇੱਕਦਮ ਹੀ ਸੰਸਾਰ ਦੇ ਵਿੱਚ ਜਨਮ ਹੋ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਥੋਂ ਫਿਰ ਖੇਲ ਸ਼ੁਰੂ ਹੋ ਗਿਆ ਸਾਡਾ।
ਪਹਿਲਾਂ ਅਭਿਆਸ ਹੋ ਰਿਹਾ ਸੀ, ਹੁਣ ਇਮਤਿਹਾਨ ਦੇ ਵਿੱਚ ਕਦੋਂ ਆ ਗਏ? ਜਾਤ ਤਿਸ ਭਾਣਾ ਤਾਂ ਜੰਮਿਆ। ਹੁਣ ਜਦੋਂ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਬੱਚੇ ਜਨਮ ਹੋਇਆ, ਤੇ ਜਨਮ ਹੋਇਆ ਜਦੋਂ ਹੀ ਸੰਸਾਰ ਵਿੱਚ ਪ੍ਰਵੇਸ਼ ਹੋਏ, ਇਸ ਨੂੰ ਕਹਿੰਦੇ ਨੇ ਕਾਲ ਦਾ ਦੇਸ਼। ਆ ਜੋ ਵੀ ਆਪਾਂ ਦੇਖ ਰਹੇ ਹਾਂ, ਖੰਡ ਪਤਾਲ ਦੀਪ ਸਭ ਲੋਆ, ਕਾਲੇ ਕੇ ਵਸ ਪ੍ਰਭ ਆਪ ਕੀਆ, ਇਹ ਸਾਰਾ ਹੀ ਕਾਲ ਦਾ ਦੇਸ਼ ਹੈ। ਇਸ ਕਾਲ ਦੇ ਦਾਇਰੇ ਦੇ ਵਿੱਚ ਇੱਕ ਸੂਖਮ ਮਾਇਆ ਵਾ, ਜਿਹਨੂੰ ਤ੍ਰੈ ਗੁਣ ਕਹਿੰਦੇ ਆ, ਤੇ ਕਾਲ ਨੂੰ ਹੁਕਮ ਕੀਤਾ ਹੋਇਆ। ਇਹ ਸਾਰਾ ਇਲਾਕਾ ਕਾਲ ਨੂੰ ਸੌਂਪਿਆ ਹੋਇਆ ਵਾ। ਤੇ ਪਾਤਸ਼ਾਹ ਕਹਿੰਦੇ ਨੇ ਕੌਤਕ ਕਾਲ ਇਹ ਹੁਕਮ ਪਠਾਇਆ, ਜੀ ਜੰਤ ਉਪਾਏ ਸਮਾਇਆ, ਆਪੇ ਵੇਖੇ ਸਭ ਰੰਗ ਮਾਣੇ, ਰਚਨ ਕੀਨਾ ਇੱਕ ਅਖਾੜਾ। ਉਹਨਾਂ ਨੇ ਇਹ ਕਾਲ ਦੇ ਦਾਇਰੇ ਦੇ ਵਿੱਚ ਤ੍ਰੈ ਗੁਣਾਂ ਦਾ ਇੱਕ ਅਖਾੜਾ ਬਣਾ ਦਿੱਤਾ, ਜਿੱਥੇ ਆਪਣਾ ਇਮਤਿਹਾਨ ਹੋਦਾ, ਸਾਰਿਆਂ ਦਾ ਖੇਲ ਚੱਲਦਾ। ਤੇ ਹੁਣ ਕਾਲ ਦੇ ਦਾਇਰੇ ਦੇ ਵਿੱਚ ਜਦੋਂ ਆਪਾਂ ਪ੍ਰਵੇਸ਼ ਹੁੰਦੇ ਹਾਂ, ਕਾਲ ਨੇ ਇੱਕ ਇਸ ਇਲਾਕੇ ਦੇ ਵਿੱਚ ਮਨ ਨੂੰ ਭੁਲਾਉਣ ਵਾਸਤੇ ਆਪੋ ਆਪਣੇ ਸਾਰਿਆਂ ਦੀ ਡਿਊਟੀ ਲਾਈ ਹੋਈ ਹੈ। ਹੁਣ ਜਦੋਂ ਅਸੀਂ ਇਸ ਇਲਾਕੇ ਵਿੱਚ ਪ੍ਰਵੇਸ਼ ਹੁੰਦੇ ਹਾਂ, ਮਹਾਰਾਜ ਕਹਿੰਦੇ ਨੇ ਜਾਤ ਤਿਸ ਭਾਣਾ ਤਾਂ ਜੰਮਿਆ। ਹੁਣ ਜਨਮ ਹੁੰਦਾ ਸੰਸਾਰ ਵਿੱਚ, ਇੱਕ ਤਾਂ ਉਧਰ ਮਨ ਦਾ ਜਨਮ ਹੋਇਆ ਸਾਡਾ ਸੁਨ ਮੰਡਲ ਦੇ ਵਿੱਚ, ਤੇ ਮਨ ਨੂੰ ਜਦੋਂ ਸਰੀਰ ਨਾਲ ਜੋੜਿਆ, ਸਰੀਰ ਦੀ ਰਚਨਾ ਹੋ ਗਈ, ਤੇ ਹੁਣ ਸਰੀਰ ਦੇ ਤੇ ਮਨ ਦਾ ਸੰਯੋਗ ਇਕੱਠਿਆਂ ਜਨਮ ਹੋ ਰਿਹਾ ਆਕਾਰ ਦੇ ਵਿੱਚ। ਉਸ ਨੂੰ ਮਹਾਰਾਜ ਕਹਿੰਦੇ ਨੇ ਜਾਤ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਪੱਲਾ ਪਾਇਆ। ਹੁਣ ਜਿਉਂ ਹੀ ਜਨਮ ਹੋਇਆ ਤੇ ਆਪਾਂ ਦੇਖਦੇ ਹਾਂ ਜਿੱਥੇ ਆਪਣੀ ਨਾਭੀ ਹੈ, ਇਥੋਂ ਸ਼ਬਦ ਨਾਲ ਲਿਵ ਜੁੜੀ ਹੈ, ਤੇ ਜਦੋਂ ਹੀ ਆਏ ਤੇ ਇਥੋਂ ਲਿਵ ਤੋੜਦੇ ਨੇ, ਇਥੋਂ ਮੂਲ ਨਾਲੋਂ ਕੱਟਦੇ ਨੇ ਅੰਦਰੋਂ। ਜਦੋਂ ਬੱਚੇ ਦਾ ਜਨਮ ਹੁੰਦਾ ਇਥੋਂ ਕੱਟਿਆ ਜਾਂਦਾ, ਇਥੋਂ ਜਦੋਂ ਕੱਟਦੇ ਨੇ ਤੇ ਅੰਦਰ ਸੁਖਮਨ, ਇੱਕ ਸੁਖਮਨ ਨਾੜੀ ਹੈ ਜੋ ਆਪਣੇ ਰੀੜ ਦੀ ਹੱਡੀ ਦੇ ਅੰਦਰ 6 ਚੱਕਰ ਬਣਾ ਕੇ ਚੱਲ ਰਹੀ, ਉਹ ਸੁਖਮਨ ਅੰਦਰੋਂ ਟੁੱਟ ਜਾਂਦੀ ਹੈ। ਜਿਸ ਸ਼ਬਦ ਦੁਆਰਾ ਸਹਿਯੋਗ ਰਹਿੰਦਾ ਆਪਣਾ, ਉਹ ਸ਼ਬਦ ਸੁਖਮਨ ਦੇ ਵਿੱਚ ਗੁਪਤ ਹੋ ਜਾਂਦਾ, ਟੁੱਟਦੀ ਹੈ ਤੇ ਉਹ ਅੰਦਰ ਗੰਢ ਆ ਜਾਂਦੀ ਉਸ ਦੀ, ਜਿਸ ਨੂੰ ਮਹਾਰਾਜ ਕਹਿੰਦੇ ਨੇ ਜਾਤ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਪੱਲਾ ਪਾਇਆ ਲਿਵ ਛੁੜਕੀ। ਜਦੋਂ ਹੀ ਇੱਥੋਂ ਤੋੜਦੇ ਨੇ ਤੇ ਅੰਦਰੋਂ ਸ਼ਬਦ ਨਾਲੋਂ ਲਿਵ ਟੁੱਟ ਜਾਂਦੀ ਮਨ ਦੀ। ਇਹਨੂੰ ਸਮਝਾਇਆ ਸੀ ਵੀ ਤੂੰ ਸ਼ਬਦ ਨਾਲ ਜੁੜ ਕੇ ਰਹਿਣਾ, ਹੁਣ ਇੱਥੋਂ ਸ਼ਬਦ ਨਾਲੋਂ ਲਿਵ ਟੁੱਟ ਜਾਂਦੀ ਹੈ, ਲਿਵ ਛੁੜਕੀ। ਜਦੋਂ ਲਿਵ ਟੁੱਟੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਉਂ ਹੀ ਸ਼ਬਦ ਨਾਲ ਲਿਵ ਟੁੱਟੀ ਤੇ ਇੱਥੋਂ ਮਾਇਆ ਦਾ ਖੇਲ ਸ਼ੁਰੂ ਹੁੰਦਾ ਹੈ। ਮਨ ਮਾਇਆ ਦੇ ਇਲਾਕੇ ਵਿੱਚ ਆ ਜਾਂਦਾ, ਤੇ ਇੱਥੋਂ ਕਿਹੜਾ ਖੇਲ ਸ਼ੁਰੂ ਹੋ ਜਾਂਦਾ? ਇਸ ਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਚਾਰ ਪਦਾਰਥ ਲੈ ਜਾ ਗਾਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ, ਇੱਕ ਵਸਾਰੇ ਤਾਂ ਪਿੜਹਾਰੇ, ਅੰਦਰਲੇ ਨਾਮ ਵਿਸਾਰਾ ਹੈ। ਜਿਉਂ ਹੀ ਸੰਸਾਰ ਦੇ ਵਿੱਚ ਪ੍ਰਵੇਸ਼ ਹੋਇਆ, ਸ਼ਬਦ ਨਾਲ ਲਿਵ ਟੁੱਟੀ, ਤੇ ਸ਼ਬਦ ਨਾਲ ਲਿਵ ਟੁੱਟਣ ਤੇ ਜਿਹੜਾ ਦਰ ਸੀ ਉਹ ਬੰਦ ਹੋ ਗਿਆ। ਜਿੱਥੇ ਇਹਦੀ ਖੁਰਾਕ ਰੱਖੀ ਹੋਈ ਸੀ, ਜਿੱਥੇ ਆਪ ਬੈਠੇ ਹੋਏ ਸੀ, ਤੇ ਉਹਨਾਂ ਨੇ ਅੰਦਰੋਂ ਉਹ ਦਰ ਬੰਦ ਕਰ ਲਿਆ ਤੇ ਅੰਦਰ ਬੈਠ ਗਏ। ਤੇ ਮਨ ਪਾਉਣ ਦੇ ਰਾਹੀਂ ਇਸ ਮਾਇਆ ਦੇ ਇਲਾਕੇ ਦੇ ਵਿੱਚ ਆ ਜਾਂਦਾ, ਜਿਸ ਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਿਹੜੀ ਮਾਇਆ ਦੇ ਵਿੱਚ ਆ ਗਿਆ? ਇਹ ਤ੍ਰੈ ਗੁਣਾਂ ਦੀ ਮਾਇਆ ਹੁੰਦੀ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਪਾਉਣ ਤੋਂ ਪ੍ਰਗਟ ਹੁੰਦੀ ਹੈ। ਪਾਉਣ ਤੋਂ ਪਾਣੀ ਪ੍ਰਗਟ ਹੁੰਦਾ ਆ, ਸੰਯੋਗ ਦੇ ਨਾਲ ਅਗਨ ਪ੍ਰਗਟ ਹੁੰਦੀ ਹੈ। ਪਾਉਣ ਪਾਣੀ ਤੇ ਬਸੰਤਰ ਤੋਂ ਤ੍ਰੈ ਗੁਣ ਪੈਦਾ ਹੁੰਦੇ ਨੇ। ਪਾਉਣ ਤੋਂ ਰਜੋਗੁਣ ਪੈਦਾ ਹੁੰਦਾ, ਪਾਣੀ ਤੋਂ ਸਤੋਗੁਣ ਪੈਦਾ ਹੁੰਦਾ, ਅਗਨ ਤੋਂ ਤਮੋਗੁਣ ਪੈਦਾ ਹੁੰਦਾ। ਇਹ ਜਿਹੜੇ ਤਿੰਨ ਗੁਣ ਨੇ, ਇਹਨਾਂ ਨੂੰ ਬਾਣੀ 'ਚ ਕਹਿੰਦੇ ਨੇ ਮਾਇਆ। ਰਜਗੁਣ, ਧਮ ਗੁਣ, ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਜਿਉਂ ਹੀ ਮਨ ਇਸ ਤ੍ਰੈ ਗੁਣਾਂ 'ਚ ਪ੍ਰਵੇਸ਼ ਹੋ ਗਿਆ, ਉਹਦਾ ਧਿਆਨ ਬਦਲ ਜਾਂਦਾ। ਇਹ ਮਾਇਆ ਜਿਤ ਹਰ ਵਿਸਰੇ। ਉਹਨੇ ਆਪਣੀ ਜੋਤ ਦਾ ਇਸਤੇਮਾਲ ਕਰਨਾ ਸੀ, ਮਨ ਨੇ ਨਿਰੰਕਾਰ ਨੂੰ ਦੇਖਣਾ, ਹਰੀ ਨੂੰ ਮਿਲਣਾ ਦੇਖਣਾ ਸੀ। ਤੇ ਮਰ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ, ਉਹਨੂੰ ਹਰੀ ਵਿਸਰ ਜਾਂਦਾ। ਮੋਹ ਉਪਜੇ, ਭਾਵ ਦੂਜਾ ਲਾਇਆ। ਜਦੋਂ ਉਹਦਾ ਧਿਆਨ ਬਦਲ ਗਿਆ, ਜਿਹੜਾ ਉਹਦੇ ਘਰ ਨੂੰ ਜਾਣ ਦਾ ਰਸਤਾ ਹੈ, ਲਿਵ ਦਾ, ਸ਼ਬਦ ਦਾ, ਉਹ ਭੁੱਲ ਜਾਂਦਾ ਹੈ। ਤੇ ਜਿਹੜਾ ਧਾਤ ਦਾ ਰਸਤਾ, ਦੂਸਰਾ ਰਸਤਾ, ਉਧਰ ਨੂੰ ਚੱਲਣਾ ਸ਼ੁਰੂ ਕਰ ਦਿੰਦਾ ਹੈ, ਬਾਹਰ ਮੁਖੀ ਹੋ ਜਾਂਦਾ ਹੈ।
ਹੌਲੀ ਹੌਲੀ ਮਹਾਰਾਜ ਕਹਿੰਦੇ ਇਹ ਜਿਹੜਾ ਮਨ ਆ ਇਹ ਲਿਵ ਦੇ ਰਸਤੇ ਨੂੰ ਭੁੱਲਦਾ ਜਾਂਦਾ ਹੈ। ਇਹ ਜਿਹੜਾ ਮਨ ਆ ਧਾ ਦੇ ਰਸਤੇ ਤੇ ਚੱਲਣਾ ਸ਼ੁਰੂ ਹੋ ਜਾਂਦਾ, ਦੂਸਰੇ ਰਸਤੇ ਤੇ ਚੱਲ ਪੈਂਦਾ। ਉਧਰੋਂ ਦਰ ਬੰਦ ਹੋ ਗਿਆ, ਉਹ ਆਪ ਅੰਦਰ ਬੈਠੇ ਹੋਏ ਨੇ। ਹੁਣ ਅੰਦਰ ਬੈਠੇ ਹੋਏ ਦੇਖਦੇ ਨੇ ਵੀ ਇਹ ਜਿਹੜਾ ਮਨ ਆ ਹੁਣ ਕਿਸ ਤਰ੍ਹਾਂ ਵਾਪਸ ਆਉਂਦਾ ਸਾਡੇ ਕੋਲ, ਤੇ ਕਿਸ ਤਰ੍ਹਾਂ ਹੁਣ ਮੈਨੂੰ ਲੱਭਦਾ ਆ। ਇਹ ਖੇਲ ਸ਼ੁਰੂ ਕਰ ਦਿੰਦੇ ਨੇ। ਹੁਣ ਆਪ ਬੈਠੇ ਨੇ, ਪਹਿਲਾਂ ਸਾਰਾ ਅਭਿਆਸ ਕਰਾਇਆ ਹੋਇਆ, ਟ੍ਰੇਨਿੰਗ ਦਿੱਤੀ ਹੋਈ ਨੇ, ਤੇ ਆਪ ਲੋਕ ਕੇ ਬੈਠ ਗਏ ਤੇ ਮਨ ਨੂੰ ਇੱਧਰ ਖੇਲਣ ਵਾਸਤੇ ਭੇਜ ਦਿੱਤਾ। ਜਿਸ ਤਰ੍ਹਾਂ ਮਾਰੇ ਗੁਰਬਾਣੀ ਕਹਿੰਦੇ ਨੇ, ਦਈ ਭੁਆਲੀ ਪੁਰਖ ਵਧਾਤੇ ਬੌੜ ਬੌੜ ਜਨਮਾਂ ਦੇ। ਐ ਭੁਆਲੀ ਦੇ ਕੇ ਛੱਡ ਦਿੱਤਾ ਤੇ ਆਪ ਬੈਠੇ ਵੀ ਹੁਣ ਦੇਖਦੇ ਨੇ। ਹੁਣ ਐਸੀ ਭੁਆਲੀ ਦੇ ਕੇ ਛੱਡਿਆ ਤੇ ਮਨ ਦੂਸਰੇ ਪਾਸੇ ਚਲਾ ਗਿਆ, ਉਹਨੂੰ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਚੱਲਣਾ ਹੈ। ਤੇ ਅੰਦਰ ਆਪ ਜਿੱਥੇ ਬੈਠ ਗਏ ਉਹ ਦਰ ਅੰਦਰੋਂ ਬੰਦ ਕਰ ਲਿਆ ਤੇ ਦੇਖਣ ਲੱਗੇ ਵੀ ਹੁਣ ਮਨ ਮੈਨੂੰ ਕਿਵੇਂ ਲੱਭਦਾ ਹੈ, ਕਿਵੇਂ ਬੁੱਝਦਾ। ਇਧਰੋਂ ਖੇਲ ਸ਼ੁਰੂ ਕਰ ਦਿੱਤਾ, ਸਵਾਸ ਚੱਲਣ ਲੱਗ ਪਏ। ਇਹ ਜਿਵੇਂ ਜਿਵੇਂ ਸਵਾਸ ਚੱਲਦੇ ਨੇ ਸਮਾਂ ਘਟਣ ਲੱਗ ਪਿਆ ਤੇ ਖੇਲ ਦਾ ਸਮਾਂ ਘਟ ਰਿਹਾ ਆਪਣਾ। ਮਾਰੇ ਕਹਿੰਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਸੀਜੇ, ਕਾਲ ਹੇਰੀ ਫਿਰੇ ਬਦਕ ਜਿਉ, ਕਾਹੋ ਕਵਰ ਬਿਦ ਕੀਜੇ। ਹੁਣ ਇੱਧਰ ਉਧਰ ਸਮਾਂ ਘਟਣ ਲੱਗਾ, ਉਧਰ ਕਾਲ ਨੇ ਆਪਣਾ ਦਾਇਰਾ ਜਿਹੜਾ ਸੀ ਉਹ ਤੰਗ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਵਿਚਾਰ ਫੁਰਨੇ ਸਹਿਸੇ ਚਿੰਤਾਵਾਂ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ। ਇਧਰ ਮਨ ਪਰੇਸ਼ਾਨ ਬੇਚੈਨ ਹੋਣਾ ਸ਼ੁਰੂ ਹੋ ਗਿਆ। ਉਧਰ ਘਰ ਨੂੰ ਜਾਣ ਦਾ ਰਸਤਾ ਨਹੀਂ ਲੱਭ ਰਿਹਾ। ਉਹ ਅੰਦਰੋਂ ਦਰ ਬੰਦ ਕਰਕੇ ਬੈਠੇ ਹੋਏ ਨੇ। ਹੁਣ ਇੱਥੇ ਵਿਚਰਦਿਆਂ ਐਸੀ ਅਵਸਥਾ ਬਣ ਗਈ ਕਿ ਮਨ ਹੁਣ ਵਾਪਸ ਜਾਣ ਦਾ ਰਸਤਾ ਭੁੱਲ ਗਿਆ। ਤੇ ਪਾਤਸ਼ਾਹ ਕਹਿੰਦੇ ਨੇ, ਪੰਥਾ ਪ੍ਰੇਮ ਨਾ ਜਾਣੇ ਭੁੱਲੇ ਫਿਰ ਇੱਕ ਵਾਰ। ਹੁਣ ਜਿੱਥੇ ਵਾਪਸ ਜਾਣਾ ਸੀ ਉਧਰ ਦਾ ਚੇਤਾ ਹੀ ਭੁੱਲ ਗਿਆ ਤੇ ਇਸ ਮਾਇਆ ਦੇ ਵਿੱਚ ਆ ਕੇ ਹੋਰ ਧਿਆਨੇ ਲੱਗ ਗਿਆ। ਧਾ ਦੇ ਰਸਤੇ ਚੱਲਣ ਲੱਗਾ। ਧਾ ਦੇ ਰਸਤੇ ਚੱਲਦਿਆਂ ਹੋਇਆਂ ਧਿਆਨ ਮਾਇਆ ਦੇ ਘਰ ਦੇ ਵਿੱਚ ਚਲਾ ਗਿਆ। ਇਹ ਜੋ ਵਿਚਾਰ ਚੱਲਦੇ ਨੇ, ਫੁਰਨੇ ਚੱਲਦੇ ਨੇ, ਸੈਂਸੇ ਚੱਲਦੇ ਨੇ, ਚਿੰਤਾਵਾਂ ਨੇ, ਇਹ ਸਾਰੀਆਂ ਇਸ ਮਾਇਆ ਦੀਆਂ ਦਿੱਤੀਆਂ ਹੋਈਆਂ ਨੇ। ਤੇ ਕੌਣ ਪੈਦਾ ਕਰਦਾ ਆ? ਪੰਜ ਦੂਤ ਚਿਤਵੇ ਵਕਾਰਾ, ਮਾਇਆ ਮੋਕਾ ਇਹ ਪਸਾਰਾ। ਇਹ ਪੰਜ ਦੂਤ ਜਿਹੜੇ ਨੇ ਇਹ ਮਾਇਆ ਦੇ ਨਾਲ ਰਲ ਕੇ ਵਿਚਾਰ ਪੈਦਾ ਕਰਦੇ ਨੇ ਅੰਦਰ। ਕਿਸੇ ਦੇ ਅੰਦਰ ਰਜੋਗੁਣੀ ਵਿਚਾਰ ਪੈਦਾ ਕਰ ਦਿੱਤੇ, ਕਿਸੇ ਦੇ ਅੰਦਰ ਤਮੋਗੁਣੀ ਵਿਚਾਰ ਪੈਦਾ ਕਰ ਦਿੱਤੇ, ਕਿਸੇ ਦੇ ਅੰਦਰ ਸਤੋਗੁਣੀ ਵਿਚਾਰ ਪੈਦਾ ਕਰ ਦਿੱਤੇ। ਵੀ ਇਹ ਸਾਰੇ ਆਏ ਨੇ ਇੱਕ ਹੀ ਥਾਂ ਤੋਂ ਆਏ ਨੇ ਤੇ ਇੱਥੇ ਆ ਕੇ ਇੱਕ ਦੂਸਰੇ ਨਾਲ ਜੇ ਵਿਚਾਰ ਕਰਨਗੇ, ਇੱਕ ਦੂਸਰੇ ਨੂੰ ਪੁੱਛ ਲੈਣਗੇ ਤੇ ਹੋ ਸਕਦਾ ਇਹ ਵਾਪਸ ਜਾਣ ਦਾ ਰਸਤਾ ਲੱਭ ਲੈਣ। ਇਸ ਕਰਕੇ ਇਸ ਕਾਲ ਨੇ ਇਸ ਮਾਇਆ ਦੀ ਤੇ ਦੂਤਾਂ ਦੀ ਡਿਊਟੀ ਲਾ ਦਿੱਤੀ ਵੀ ਜਿੰਨੇ ਵੀ ਮਨ ਆ ਰਹੇ ਨੇ ਸਾਰੇ, ਇਹ ਸਾਰੇ ਇੱਕ ਥਾਂ ਤੋਂ ਆ ਰਹੇ ਨੇ ਤੇ ਇੱਕ ਹੀ ਪਰਿਵਾਰ ਦੇ ਮੈਂਬਰ ਨੇ। ਤੇ ਇਹਨਾਂ ਦੇ ਵਿਚਾਰਾਂ ਦੇ ਵਿੱਚ ਇਸ ਤਰ੍ਹਾਂ ਕਰੋ ਵੀ ਟਕਰਾਅ ਕਰਾਉਣਾ ਸ਼ੁਰੂ ਕਰ ਦਿਓ। ਇਹ ਇੱਥੇ ਸੰਸਾਰ ਦੇ ਵਿੱਚ ਵਿਚਰਦੇ ਵੀ ਰਹਿਣ ਪਰ ਇੱਕ ਦੂਸਰੇ ਨੂੰ ਇਹ ਪੁੱਛ ਹੀ ਨਾ ਸਕਣ ਵੀ ਅਸੀਂ ਕੌਣ ਹਾਂ, ਅਸੀਂ ਕਿੱਥੋਂ ਆਏ ਹਾਂ, ਆਪਣਾ ਘਰ ਕਿੱਥੇ ਆ, ਆਪਾਂ ਕਿਵੇਂ ਵਾਪਸ ਜਾਣਾ। ਇਹਨਾਂ ਦੇ ਕੋਲ ਇਹੋ ਜਿਹਾ ਸਮਾਂ ਹੀ ਨਾ ਬਚੇ। ਤੇ ਕਾਲ ਨੇ ਇਸ ਤਰ੍ਹਾਂ ਕੀਤਾ, ਇਹਨਾਂ ਪੰਜਾਂ ਡਿਊਟੀ ਲਾ ਦਿੱਤੀ। ਉਹਨਾਂ ਨੇ ਮਨ ਦੇ ਅੰਦਰ ਬੈਠ ਕੇ ਤੇ ਧੜੇ ਬਣਾਉਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਧੜੇ ਬਣ ਲੱਗ ਪਏ। ਕਿਸੇ ਦਾ ਮਨ ਤਮੋਗੁਣੀ ਹੋ ਗਿਆ। ਜਿਸ ਦਾ ਮਨ ਤਮੋਗੁਣੀ ਹੋ ਗਿਆ ਉਹਦੇ ਰਜੋਗੁਣ ਵਾਲੇ ਨਾਲ ਵਿਚਾਰ ਨਹੀਂ ਮਿਲਦੇ ਤੇ ਜਿਹੜਾ ਰਜੋਗੁਣੀ ਹੋ ਗਿਆ ਉਹਦੇ ਤਮੋਗੁਣੀ ਵਾਲੇ ਨਾਲ ਵਿਚਾਰ ਨਹੀਂ ਮਿਲਦੇ। ਇਹਨਾਂ ਦੋਵਾਂ ਦੇ ਸਤੋਗੁਣ ਵਾਲੇ ਨਾਲ ਵਿਚਾਰ ਨਹੀਂ ਮਿਲਦੇ ਤੇ ਇਸ ਤਰ੍ਹਾਂ ਵਿਚਾਰਾਂ ਦਾ ਟਕਰਾਅ ਹੋਣ ਲੱਗਾ। ਜਿਵੇਂ ਜਿਵੇਂ ਵਿਚਾਰਾਂ ਦਾ ਟਕਰਾਅ ਹੋਣ ਲੱਗਾ ਮਨ ਦੇ ਅੰਦਰ ਕਲੇਸ਼ ਵਧਣ ਲੱਗਾ। ਮਨ ਦੇ ਵਿੱਚ ਕਲੇਸ਼ ਆਉਣ ਲੱਗਾ ਤੇ ਪਰਿਵਾਰ ਦੇ ਵਿੱਚ ਝਗੜੇ ਸ਼ੁਰੂ ਹੋਣ ਲੱਗੇ। ਜਿਵੇਂ ਜਿਵੇਂ ਝਗੜੇ ਸ਼ੁਰੂ ਹੋਣ ਲੱਗੇ, ਪਿਓ ਪੁੱਤ ਦੇ ਵਿੱਚ ਕਲੇਸ਼, ਭਰਾ ਭਰਾ ਦਾ ਝਗੜਾ, ਔਰਤ ਮਰਦ ਦਾ ਝਗੜਾ, ਐਸਾ ਸਮਾਜ ਧੜਿਆਂ ਦੇ ਵਿੱਚ ਵੰਡਿਆ ਜਾਣ ਲੱਗਾ। ਤੇ ਕਿਵੇਂ ਧੜੇ ਬਣ ਲੱਗੇ? ਮਾਰੇ ਕਹਿੰਦੇ ਕਲਯੁਗ ਮੇਂ ਧੜੇ, ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਐਸਾ ਵਿਚਾਰਾਂ ਦਾ ਟਕਰਾਅ ਹੋ ਗਿਆ ਤੇ ਜਿਵੇਂ ਵਿਚਾਰਾਂ ਦਾ ਟਕਰਾਅ ਹੋ ਗਿਆ ਅੰਦਰ ਦੁਬਿਧਾ ਆਉਣ ਲੱਗ ਪਈ ਤੇ ਦੁਬਿਧਾ ਦੇ ਵਿੱਚ ਜਦੋਂ ਮਨ ਗਿਆ ਤੇ ਉਹਦੀ ਸੁੱਧ ਬੁੱਧ ਮਾਰੀ ਗਈ। ਹੁਣ ਸੰਸਾਰ ਦੇ ਵਿੱਚ ਜਿੱਥੇ ਵਿਚਰਦਾ ਆ ਇੱਥੇ ਸਾਰਾ ਖੇਲ ਹੈਗਾ ਵਿਚਾਰਾਂ ਦਾ।
ਤੇ ਹੁਣ ਕਾਲ ਨੇ ਵਿਚਾਰਾਂ ਦਾ ਟਕਰਾਅ ਕਰਾ ਦਿੱਤਾ। ਵਿਚਾਰਾਂ ਦਾ ਟਕਰਾਅ ਹੋਣ ਕਰਕੇ ਅੰਦਰ ਦੁਬਿਧਾ ਆ ਗਈ ਤੇ ਦੁਬਿਧਾ ਦੇ ਵਿੱਚ ਇਹ ਜਿਹੜਾ ਮਨ ਸੀ ਇਹ ਬੌਰਾ ਹੋ ਗਿਆ। ਤੇ ਪਾਤਸ਼ਾਹ ਕਹਿੰਦੇ ਨੇ ਦੁਬਿਧਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ। ਹੁਣ ਦੁਬਿਧਾ ਆਉਣ ਕਰਕੇ ਹੀ ਇਹ ਮਨ ਦੀ ਹਾਲਤ ਹੋ ਗਈ ਵੀ ਜਿਸ ਤਰ੍ਹਾਂ ਮਨ ਕਮਲਾ ਹੋ ਜਾਂਦਾ, ਤੇ ਜਿਹੜਾ ਮਨ ਕਮਲਾ ਹੋ ਗਿਆ, ਬੌਰਾ ਹੋ ਗਿਆ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਦਾ। ਜਿਸ ਆਪਾਂ ਹੁਣ ਦੇਖਦੇ ਹਾਂ ਕਈ ਦਫਾ ਕਈ ਮੈਂਟਲੀ ਰਿਟਾਰਡ ਹੁੰਦੇ ਨੇ, ਅਪਸੈਟ ਹੋ ਜਾਂਦੇ ਨੇ ਮੈਂਟਲੀ, ਤੇ ਉਹਨਾਂ ਨੂੰ ਤੁਸੀਂ ਤੁਰੇ ਫਿਰਦੇ ਨੇ ਸੜਕਾਂ ਦੇ ਉੱਪਰ, ਫੁੱਟਪਾਥ ਦੇ ਉੱਪਰ, ਤੇ ਉਹਨਾਂ ਨੂੰ ਕਦੀ ਜਾ ਕੇ ਪੁੱਛੋ ਵੀ ਭਾਜੀ ਤੁਸੀਂ ਕੌਣ ਜੇ, ਤੇ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਕੌਣ ਆ। ਜਾਂ ਉਹਨਾਂ ਨੂੰ ਤੁਸੀਂ ਕਹੋ ਵੀ ਕਿੱਥੋਂ ਆਏ ਜੇ, ਤੁਹਾਡਾ ਪਿੰਡ, ਕੋਈ ਨਾਂ, ਥਾਂ ਟਿਕਾਣਾ, ਉਹ ਪਤਾ ਹੀ ਨਹੀਂ ਉਹਨਾਂ ਨੂੰ। ਜਿਹਨੂੰ ਕੋਈ ਚੀਜ਼ ਦਾ ਵੀ ਨਹੀਂ ਪਤਾ ਤੇ ਉਸ ਨੂੰ ਆਪਾਂ ਕਹਿੰਦੇ ਕਮਲਾ ਹੋ ਗਿਆ, ਇਹ ਪਾਗਲ ਹੋ ਗਿਆ। ਉਹ ਤੁਰੇ ਫਿਰਦੇ ਨੇ, ਉੱਥੇ ਹੀ ਖਾਧਾ ਪੀਤਾ, ਉੱਥੇ ਹੀ ਸੌਂ ਗਏ। ਤੇ ਮਾਰੇ ਕਹਿੰਦੇ ਨੇ ਵੀ ਉਹ ਆਪਾਂ ਉਹਦੇ ਨਾਲ ਕੁਛ ਸਲਾਹ ਨਹੀਂ ਕਰਦੇ। ਹੁਣ ਇਸੇ ਅਵਸਥਾ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਤੁਸੀਂ ਵੀ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ। ਜੇ ਹੁਣ ਸਾਨੂੰ ਕੋਈ ਪੁੱਛ ਲੇ ਵੀ ਅਸੀਂ ਕੌਣ ਆ, ਵੀ ਅਸੀਂ ਕਿੱਥੋਂ ਆਏ ਆ, ਸਾਡਾ ਆਪਣਾ ਘਰ ਕਿੱਥੇ ਆ, ਮਾਤਾ ਪਿਤਾ ਕੌਣ ਹੈ ਸਾਡਾ, ਤੇ ਹੁਣ ਪਤਾ ਹੀ ਨਹੀਂ ਕਿਸੇ ਨੂੰ। ਹੁਣ ਐਸੀ ਅਵਸਥਾ ਦੇ ਵਿੱਚ ਪਾਤਸ਼ਾਹ ਨੇ ਜਦੋਂ ਦੇਖਿਆ, ਕਹਿੰਦੇ ਇੱਕ ਕੋਈ ਦੋ ਨਹੀਂ, ਸਾਰਾ ਸੰਸਾਰ ਹੀ ਬਿਨ ਨਾਮ ਹੈ ਜਗ ਕਮਲਾ ਫਿਰੇ। ਸਾਰਾ ਸੰਸਾਰ ਹੀ ਕਮਲਿਆਂ ਦੀ ਤਰ੍ਹਾਂ ਭੱਜਾ ਫਿਰਦਾ। ਬਿਨ ਨਾਵੇਂ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਹੁਣ ਕਮਲੇ ਭੱਜੇ ਫਿਰਦੇ ਨੇ, ਕਿਸੇ ਨੂੰ ਪੁੱਛ ਲਓ ਉਹਨੂੰ ਪਤਾ ਹੀ ਨਹੀਂ ਮੈਂ ਕੌਣ ਆ, ਉਹਨੂੰ ਆਪਣੇ ਆਪ ਦੀ ਪਛਾਣ ਹੀ ਨਹੀਂ ਹੈਗੀ। ਜਿੱਥੋਂ ਆਇਆ ਉਸਨੂੰ ਆਪਣੇ ਘਰ ਦਾ ਹੀ ਨਹੀਂ ਪਤਾ, ਮੈਂ ਕਿੱਥੋਂ ਦਾ ਰਹਿਣ ਵਾਲਾ ਹਾਂ। ਸਿਰਫ ਇਸ ਮਾਇਆ ਦੇ ਘਰ ਦੇ ਵਿੱਚ ਆ ਤਾਂ ਗਿਆ, ਇੱਥੋਂ ਜਾਣ ਦਾ ਨਹੀਂ ਪਤਾ ਵਾਪਸ, ਵੀ ਵਾਪਸ ਕਿਵੇਂ ਜਾਣਾ। ਸਾਰਾ ਦਿਨ ਹੀ ਇੱਥੇ ਭੱਜੇ ਫਿਰਦੇ ਨੇ, ਵਿਚਾਰਾਂ ਤੇ ਫੁਰਨਿਆਂ ਤੇ ਸੈਂਸੇ ਚਿੰਤਾਵਾਂ, ਦੁਬਿਧਾ ਤੇ ਈਰਖਾ ਤੇ ਨਿੰਦਿਆ ਤੇ ਚੁਗਲੀ ਦੇ ਵਿੱਚ ਭੱਜੇ ਫਿਰਦੇ ਨੇ। ਮਾਰੇ ਕਹਿੰਦੇ ਕਿਸ ਅਵਸਥਾ ਵਿੱਚ ਭੱਜੇ ਫਿਰਦੇ ਨੇ, ਵੀ ਐਸੀ ਅਵਸਥਾ ਦੇ ਵਿੱਚ ਜਿਸ ਤਰ੍ਹਾਂ ਮਾਰੇ ਗੁਰਬਾਣੀ ਦੱਸਦੇ ਨੇ ਵੀ ਜਿਸ ਤਰ੍ਹਾਂ ਜੀਵ ਭੱਜਾ ਹੀ ਫਿਰਦਾ ਸਾਰਾ ਦਿਨ, ਉਸ ਨੂੰ ਗਿਆਨ ਨਹੀਂ ਹੈਗਾ, ਭੇਦ ਨਹੀਂ ਹੈ, ਨਾ ਖਾਣ ਦਾ, ਨਾ ਪੀਣ ਦਾ, ਨਾ ਪਹਿਨਣ ਦਾ, ਨਾ ਆਪਣੇ ਘਰ ਦਾ, ਨਾ ਆਪਣੇ ਮਾਤਾ ਪਿਤਾ ਦਾ ਪਤਾ। ਜਿਸ ਤਰ੍ਹਾਂ ਕਮਲੇ ਨੇ ਮਾਰੇ ਗੁਰਬਾਣੀ 'ਚ ਦੱਸਦੇ ਨੇ ਕਿ ਉਹਨਾਂ ਦੀ ਹਾਲਤ ਹੋ ਗਈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਮਝਾਇਆ ਹੋਇਆ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, देखे देखे सुने दौड़ो फिरत है, जब किछ पाए तब गर्भ करत है, माया गई तो रोवन लगत है। ਕਦੀ ਰੋਣ ਲੱਗ ਜਾਂਦੇ ਨੇ, ਕਦੀ ਉੱਚੀ ਉੱਚੀ ਹੱਸਣ ਲੱਗ ਜਾਂਦੇ ਨੇ। ਹੁਣ ਐਸੀ ਅਵਸਥਾ ਦੇ ਵਿੱਚ ਇਹ ਮਨ ਕਮਲੇ ਹੋ ਗਏ, ਇਹਨਾਂ ਨੂੰ ਨਹੀਂ ਪਤਾ। ਹੁਣ ਕਾਲ ਨੇ ਦੇਖਿਆ ਵੀ ਇਹ ਕਮਲੇ ਹੋ ਗਏ ਨੇ, ਵੀ ਇਹਨਾਂ ਨੂੰ ਆਪਣੇ ਘਰ ਦਾ ਤੇ ਪਤਾ ਨਹੀਂ ਵੀ ਕਿੱਥੋਂ ਆਏ ਨੇ। ਇਹਦੇ ਮਾਤਾ ਪਿਤਾ ਨੇ ਜਿਹੜਾ ਘਰ ਬਣਾ ਕੇ ਦਿੱਤਾ, ਇਹਨਾਂ ਨੂੰ ਤਾਂ ਪਤਾ ਨਹੀਂ ਰਿਹਾ, ਇਹਨਾਂ ਨੂੰ ਆਪਣੇ ਮਾਤਾ ਪਿਤਾ ਦੀ ਪਛਾਣ ਵੀ ਨਹੀਂ ਰਹੀ। ਉਹ ਆਂਦੇ ਵੀ ਹੁਣ ਇਹ ਕਮਲੇ ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜੇ, ਕਿਤੇ ਪੁੱਛ ਨਾ ਲੈਣ ਕਿਸੇ ਨੂੰ, ਤੇ ਐਸਾ ਕਰੋ ਇਹਨਾਂ ਨੂੰ ਕਿਸੇ ਹੋਰ ਦੀ ਪੂਜਾ ਤੇ ਲਾ ਦਿਓ। ਹੁਣ ਕੀ ਹੋਇਆ ਵੀ ਇਹਨਾਂ ਨੂੰ ਗਿਆਨ ਨਹੀਂ ਸੀ ਸਾਡੇ ਮਾਤਾ ਪਿਤਾ ਦਾ ਸਰੂਪ ਕਿਹੋ ਜਿਹਾ, ਤੇ ਉਹ ਕਮਲਿਆਂ ਨੂੰ ਕਿਸੇ ਨੂੰ ਪੱਥਰ ਪੂਜਣ ਤੇ ਲਾ ਦਿੱਤਾ, ਕਿਸੇ ਨੇ ਜੀਵ ਨੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਨੇ ਜੰਗਲਾਂ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ। ਪੁੱਛਿਆ ਕੀ ਕਰਦੇ ਹੋ, ਇਹ ਰੱਬ ਨੂੰ ਲੱਭਣੇ ਪਏ। ਕਿਸੇ ਨੇ ਤੀਰਥਾਂ ਦਾ ਰਟਨ ਕਰਨਾ ਸ਼ੁਰੂ ਕਰ ਦਿੱਤਾ, ਕਿਹਨੂੰ ਲੱਭਣੇ ਪਏ, ਆਪਣੇ ਮਾਤਾ ਪਿਤਾ ਨੂੰ ਲੱਭਣੇ ਪਏ। ਹੁਣ ਇਹ ਕਮਲਿਆਂ ਨੂੰ ਪਤਾ ਨਹੀਂ ਕਿ ਮਾਤਾ ਪਿਤਾ ਤੇ ਅੰਦਰ ਬੈਠੇ ਹੋਏ ਨੇ, ਤੇ ਅੰਦਰੋਂ ਉਹਨਾਂ ਨੇ ਦਰ ਬੰਦ ਕੀਤਾ ਹੋਇਆ। ਤੇ ਐਸਾ ਸੰਸਾਰ ਦੇ ਵਿੱਚ ਇਹ ਜਿਹੜੇ ਜੀਵ ਸੀ ਕਮਲਿਆਂ ਦੀ ਨਿਆਈ ਚੱਲਣ ਲੱਗ ਪਏ। ਤੇ ਐਸੀ ਅਵਸਥਾ ਦੇ ਵਿੱਚ ਮਾਤਾ ਪਿਤਾ ਬੈਠੇ ਹੋਏ ਦੇਖਦੇ ਕਿ ਬੱਚੇ ਗਏ ਨੇ, ਤੇ ਕਾਲ ਨੇ ਇਹਨਾਂ ਦੀ ਕੀ ਹਾਲਤ ਕਰ ਦਿੱਤੀ, ਕਮਲੇ ਕਰ ਦਿੱਤੇ ਨੇ। ਇਹਨਾਂ ਨੂੰ ਹੁਣ ਪਛਾਣ ਹੀ ਨਹੀਂ ਰਹੀ, ਇਹਨਾਂ ਨੂੰ ਘਰ ਦਾ ਹੀ ਨਹੀਂ ਪਤਾ। ਤੇ ਹੁਣ ਆਪਣਾ ਬੱਚਾ ਹੀ ਹੋਵੇ ਦੁਨਿਆਵੀ, ਆਪਾਂ ਦੇਖੋ ਤੇ ਜੇ ਸਵੇਰ ਦਾ ਗਿਆ, ਸਕੂਲ ਗਿਆ, ਕਿਤੇ ਕੰਮ ਗਿਆ, ਤੇ ਬੱਚਾ ਜੇ ਸ਼ਾਮ ਤੱਕ ਪੂਰੇ ਸਮੇਂ ਨਾਲ ਘਰ ਨਹੀਂ ਆਉਂਦਾ ਤੇ ਮਾਂ ਪਿਓ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਆਪਾਂ ਦੇਖਦੇ ਹਾਂ ਕੈਸੀ ਅਵਸਥਾ ਵਿੱਚ ਚਲੇ ਜਾਂਦੇ ਨੇ, ਵਿਰਾਗੀ ਹੋ ਜਾਂਦੇ ਨੇ, ਆਂਢ ਗੁਆਂਢ ਪੁੱਛਣਾ ਸ਼ੁਰੂ ਕਰ ਦਿੰਦੇ ਨੇ।
ਤੇ ਗੁਰਮੁਖ ਪਿਆਰੋ, ਜਿਸ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ, ਸੱਚ ਵਿੱਚੋਂ ਅਸੀਂ ਪ੍ਰਗਟ ਹੋਏ, ਸਾਨੂੰ ਅਭਿਆਸ ਕਰਾਇਆ ਗਿਆ, 9 ਮਹੀਨੇ ਕਿਸ ਤਰ੍ਹਾਂ ਪਿਆਰ ਨਾਲ ਰੱਖਿਆ ਉਹਨਾਂ, ਫਿਰ ਸਾਨੂੰ ਸੰਸਾਰ ਦੇ ਖੇਲਣ ਵਾਸਤੇ ਭੇਜਿਆ ਤੇ ਸਵਾਸ ਦੇ ਕੇ ਖੇਲ ਖਿਡਾ ਰਹੇ ਨੇ। ਆਪੇ ਕਰਤਾ ਕਰ ਕਰ ਦੇਖੇ, ਦਿਨ ਦਾ ਸਾਸ ਗਰਾਹਾ ਹੈ। ਤੇ ਉਸ ਮਾਤਾ ਪਿਤਾ ਨਾਲੋਂ ਵਿਛੜੇ ਹੋਏ ਨੂੰ ਸਾਨੂੰ ਕਿੰਨਾ ਸਮਾਂ ਹੋ ਗਿਆ। ਇਹ ਅੱਜ ਦਾ ਤੇ ਖੇਲ ਹੈ ਨਹੀਂ, 4 ਯੁੱਗ ਹੋ ਗਏ ਨੇ ਤੇ ਹਾਲੇ ਤੱਕ ਅਸੀਂ ਆਪਣੇ ਘਰ ਵਾਪਸ ਨਹੀਂ ਗਏ। ਤੇ ਉਹ ਮਾਤਾ ਪਿਤਾ ਦੀ ਕੀ ਹਾਲਤ ਹੋ ਰਹੀ ਹੈ, ਉਹ ਦੇਖ ਰਹੇ ਨੇ ਵੀ ਬੱਚਾ ਜਿਹੜਾ ਉਹਦੀ ਹਾਲਤ ਵਿਗੜ ਗਈ, ਕਮਲੇ ਹੋ ਗਏ ਨੇ ਤੇ ਘਰ ਨਹੀਂ ਆਉਂਦੇ। ਤੇ ਮਾਤਾ ਪਿਤਾ ਨੇ ਫਿਰ ਸਾਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਸਾਨੂੰ ਕਹਿਣ ਲੱਗੇ ਵੀ ਤੁਸੀਂ ਘਰ ਆਓ, ਤੁਹਾਨੂੰ ਇੰਨਾ ਸੋਹਣਾ ਘਰ ਬਣਾ ਕੇ ਦਿੱਤਾ ਤੇ ਤੁਸੀਂ ਦੂਸਰੇ ਦੇ ਘਰ ਜ਼ਰੂਰ ਰਹਿੰਦੇ ਹੋ, ਤੁਸੀਂ ਆਪਣੇ ਘਰ ਆਓ। ਤੇ ਉਹ ਸਾਨੂੰ ਬੁਲਾਉਂਦੇ ਨੇ, ਆਵਾਜ਼ ਮਾਰਦੇ ਨੇ। ਤੇ ਲੇਕਿਨ ਜਿਹੜਾ ਇਹ ਮਨਮੁਖ ਬਣ ਗਿਆ, ਕਮਲਾ ਬਣ ਗਿਆ, ਇਹਨੂੰ ਹੁਣ ਆਪਣੇ ਘਰ ਦਾ ਨਹੀਂ ਪਤਾ। ਤਾਂ ਮਾਰੇ ਕਹਿੰਦੇ ਨੇ, ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਖਿਨ ਆਗੇ ਖਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗੇ ਸਿੱਧੇ। ਪਾਤਸ਼ਾਹ ਕਹਿੰਦੇ ਨੇ ਵੀ ਉਹ ਬੁਲਾ ਰਹੇ ਨੇ, ਆਵਾਜ਼ ਦੇ ਰਹੇ ਨੇ ਤੇ ਮਾਤਾ ਪਿਤਾ ਰੋਜ਼ਾਨਾ ਆਵਾਜ਼ ਦੇ ਰਹੇ ਨੇ ਤੇ ਮਨ ਕਦੀ ਖੱਬੇ ਪਾਸੇ ਨਿਕਲ ਗਿਆ, ਕਦੀ ਸੱਜੇ ਪਾਸੇ ਨਿਕਲ ਗਿਆ। ਇਹ ਘਰ ਇੱਥੋਂ ਪ੍ਰਵੇਸ਼ ਹੀ ਨਹੀਂ ਹੁੰਦਾ, ਸਾਰਾ ਆਪਣੇ ਘਰ ਹੀ ਨਹੀਂ ਜਾਂਦਾ। ਹੁਣ ਆਵਾਜ਼ ਦੇ ਰਹੇ ਨੇ ਪਰ ਇਹ ਬਗਾਨੇ ਦੀ ਤਰ੍ਹਾਂ ਬਾਹਰ ਤੁਰਿਆ ਫਿਰਦਾ। ਮਾਰੇ ਕਹਿੰਦੇ ਨੇ, ਆਸ ਅੰਦੇਸ਼ਾ ਬੰਦ ਪਰਾਨਾ, ਮਹਿਲ ਨਾ ਪਾਵੇ ਫਿਰ ਤੋਂ ਬਗਾਨਾ। ਹੁਣ ਪਰਮਾਤਮਾ ਆਵਾਜ਼ ਦੇ ਰਹੇ ਨੇ, ਇਹ ਸੁਣਦਾ ਹੀ ਕੋਈ ਨਹੀਂ, ਇਹ ਬਾਹਰ ਹੀ ਤੁਰਿਆ ਫਿਰਦਾ। ਉਹ ਦੇਖਦੇ ਤੇ ਕਹਿੰਦੇ ਨੇ, ਇਸਨੇ ਮਾਇਆ ਦੇ ਨਾਲ ਪਿਆਰ ਪਾ ਲਿਆ ਬੱਚੇ ਨੇ, ਇਸ ਨੇ ਮਾਇਆ ਨੂੰ ਦ੍ਰਿੜ ਕਰ ਲਿਆ, ਇਹਨੇ ਸੱਚ ਨੂੰ ਦ੍ਰਿੜ ਨਹੀਂ ਕੀਤਾ। ਕਹਿੰਦੇ ਮਾਇਆ ਨਾਲ ਕਿੰਨਾ ਪਿਆਰ ਪਾ ਲਿਆ ਇਹਨੇ, ਇਹ ਮੇਰੀ ਗੱਲ ਹੀ ਨਹੀਂ ਸੁਣਦਾ, ਮੇਰੇ ਵੱਲ ਹੀ ਨਹੀਂ ਦੇਖਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਇਹ ਇੰਨਾ ਅੰਨਾ ਹੋ ਗਿਆ, ਬੋਲਾ ਹੋ ਗਿਆ, ਸ਼ਬਦ ਨਾ ਸੁਣੀ ਬਰੋਲ ਕਿਚੋਲਾ। ਇਹ ਸ਼ਬਦ ਨੂੰ ਨਹੀਂ ਸੁਣਦਾ, ਜਿਸ ਸ਼ਬਦ ਤੋਂ ਬਿਨਾਂ ਇੱਕ ਪਲ ਨਹੀਂ ਸੀ ਰਹਿੰਦਾ। ਇਹਦੀ ਸ਼ਬਦ ਨੂੰ ਲਿਵ ਟੁੱਟ ਜਾਣੀ, ਇਹਨੇ ਬੇਨਤੀਆਂ ਕਰਨੀਆਂ, ਇੱਕ ਫਲ ਖਿਨ ਵਿਸਰੇ ਸੁਆਮੀ। ਤੇ ਹੁਣ ਉਹ ਸ਼ਬਦ ਵੱਲ ਧਿਆਨ ਹੀ ਨਹੀਂ ਦਿੰਦਾ, ਸ਼ਬਦ ਨੂੰ ਸੁਣਦਾ ਹੀ ਨਹੀਂ, ਉਹਦੇ ਕਮਲਾ ਹੋ ਗਿਆ। ਹੁਣ ਜਦੋਂ ਇਸ ਮਨ ਇਸ ਅਵਸਥਾ ਦੇ ਵਿੱਚ ਨਹੀਂ ਸੁਣਦਾ, ਫਿਰ ਪਰਮਾਤਮਾ ਗੁਰਮੁਖਾਂ ਨੂੰ ਭੇਜਦੇ ਨੇ ਸਮਝਾਉਣ ਵਾਸਤੇ ਵੀ ਇਸ ਮਨ ਬੱਚੇ ਨੂੰ ਜਾ ਕੇ ਸਮਝਾਓ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ, ਉਹ ਸੰਸਾਰ ਦੇ ਵਿੱਚ ਆਏ ਤੇ ਉਹਨਾਂ ਨੇ ਦੇਖਿਆ ਵੀ ਮਨ ਦੀ ਹਾਲ ਦੇਖ ਕੇ ਕਮਲੇ ਹੋ ਗਏ ਨੇ। ਇਹਨਾਂ ਨੂੰ ਸੁੱਧ ਬੁੱਧ ਨਹੀਂ ਰਹੀ, ਇਹਨਾਂ ਨੂੰ ਆਪਣੇ ਘਰ ਦਾ ਪਤਾ ਨਹੀਂ ਰਿਹਾ, ਇਹਨਾਂ ਦੀ ਸੁੱਧ ਬੁੱਧ ਮਾਰੀ ਗਈ। ਤੇ ਉਹਨਾਂ ਨੇ ਸਮਝਾਉਣਾ ਸ਼ੁਰੂ ਕੀਤਾ ਵੀ ਤੁਹਾਨੂੰ ਮਾਤਾ ਪਿਤਾ ਬੁਲਾ ਰਹੇ ਨੇ, ਤੁਹਾਨੂੰ ਭੇਜਣ ਵਾਲਾ ਇੱਥੇ ਕੌਣ ਹੈ? ਨਿਰੰਕਾਰ ਆ। ਤੇ ਤੁਸੀਂ ਇਹ ਵਿਚਾਰ ਕਰੋ ਵੀ ਇੱਥੇ ਕਿਵੇਂ ਆਏ ਜੇ ਸੰਸਾਰ ਦੇ ਵਿੱਚ। ਜਿਸ ਹਮਾਰੇ ਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ, ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਵੀ ਸੰਸਾਰ ਦੇ ਵਿੱਚ ਆਏ ਜੇ, ਵੀ ਸੰਸਾਰ ਦੇ ਵਿੱਚ ਆ ਕੇ ਜਿਸ ਨੇ ਭੇਜਿਆ ਉਹਦੇ ਨਾਲ ਮਿਲਾਪ ਹੀ ਨਹੀਂ ਕੀਤਾ, ਉਹਨੂੰ ਮਿਲੇ ਹੀ ਨਹੀਂ ਤੁਸੀਂ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ, ਭਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਏ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਦੀਆ, ਤਾਂ ਕਿ ਭਾਉ ਭਗਤ ਨਹੀਂ ਸਾਧੀ। ਜਿਨ੍ਹਾਂ ਨੇ ਭੇਜਿਆ ਸੀ ਉਹਦੇ ਵੱਲ ਤੁਸੀਂ ਗਏ ਨਹੀਂ, ਭੇਦ ਹੀ ਨਹੀਂ ਲੱਗਾ। ਹੁਣ ਜਦੋਂ ਦੇਖਿਆ ਵੀ ਉਹਨੂੰ ਸਮਝਾਉਣ ਲੱਗੇ, ਦੇਖਿਆ ਵੀ ਇਹਨਾਂ ਨੂੰ ਤੇ ਆਪਣੇ ਆਪ ਦਾ ਹੀ ਨਹੀਂ ਪਤਾ। ਫਿਰ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਮਨ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਵੀ ਪਹਿਲਾਂ ਆਪਣੇ ਆਪ ਦੀ ਪਛਾਣ ਕਰੋ। ਇਸ ਨੂੰ ਗੁਰਬਾਣੀ ਦੇ ਵਿੱਚ ਅਕਥ ਕਹਾਣੀ ਕਿਹਾ ਤੇ ਭੇਦ ਦਿੱਤਾ ਵੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਹੋ, ਇਹ ਤੁਹਾਡਾ ਦੇਸ਼ ਨਹੀਂ ਹੈ, ਇਹ ਤੁਹਾਡਾ ਘਰ ਨਹੀਂ ਹੈ। ਤੁਸੀਂ ਇਸ ਮਾਇਆ ਦੇ ਘਰ ਦੇ ਵਿੱਚ ਆ ਚੁੱਕੇ ਹੋ ਤੇ ਵਾਪਸ ਆਪਣੇ ਘਰ ਆਉਣਾ ਜਾਣਾ ਬਣਾਓ। ਜਿਸ ਨੂੰ ਪਾਤਸ਼ਾਹ ਨੇ ਬਾਣੀ ਵਿੱਚ ਵੀ ਸਮਝਾਇਆ ਹੈ, ਆਪਾਂ ਨੂੰ ਸਮਝਾਉਂਦੇ ਨੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਕੋ ਫੇਰਾ।
ਵੀ ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਹਾਂ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਵੀ ਜਿਹੜੇ ਕੰਮ ਵਾਸਤੇ ਆਏ ਜੇ ਉਹ ਕੰਮ ਕਰੋ ਤੇ ਗੁਰੂ ਦੀ ਗੱਲ ਸੁਣੋ। ਤੇ ਗੁਰੂ ਸਮਝਾਉਣ ਲੱਗਾ ਵੀ ਤੁਸੀਂ ਸੰਸਾਰ ਵਿੱਚ ਆਏ ਜੇ, ਤੁਹਾਡਾ ਆਉਣ ਦਾ ਮਨੋਰਥ ਕੀ ਹੈ। ਤੇ ਜਿਸ ਮਾਰੇ ਕਹਿੰਦੇ ਫਿਰ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਥੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾ ਭਉਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਕਿ ਤੁਸੀਂ ਸੰਸਾਰ ਵਿੱਚ ਆ ਤਾਂ ਗਏ ਹੋ ਤੇ ਇਸ ਮਾਇਆ ਦੇ ਨਾਲ ਜੁੜ ਗਏ ਹੋ। ਜਿਹੜੇ ਪਾਸੇ ਤੁਸੀਂ ਚਲੇ ਗਏ ਇਹ ਤੁਹਾਡੇ ਕਾਰਜ ਨਹੀਂ। ਤੁਸੀਂ ਆਏ ਹੋ, ਤੁਹਾਨੂੰ ਮੌਕਾ ਦਿੱਤਾ ਗਿਆ, ਮਾਨਸ ਜਨਮ ਬਖਸ਼ਿਸ਼ ਕੀਤਾ ਕਿ ਤੁਸੀਂ ਪਾਰ ਬ੍ਰਹਮ ਦੇ ਨਾਲ ਮਿਲੋ, ਆਪਣੇ ਘਰ ਵਾਪਸ ਜਾਓ। ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇਖਿਆ ਵੀ ਇਹ ਤਾਂ ਜੀਵ ਜਿਹੜੇ ਨੇ ਇਹਨਾਂ ਨੂੰ ਤਾਂ ਪਾਰ ਬ੍ਰਹਮ ਦੀ ਪਛਾਣ ਹੀ ਨਹੀਂ ਹੈਗੀ, ਕਮਲੇ ਹੋ ਚੁੱਕੇ ਨੇ, ਇਹਨਾਂ ਨੂੰ ਆਪਣੇ ਆਪ ਦੀ ਪਛਾਣ ਨਹੀਂ ਹੈਗੀ। ਉਹਨਾਂ ਦੇਖਿਆ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਪਛਾਣ ਕਰਾਉਣੀ ਚਾਹੀਦੀ ਹੈ। ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਾਂ ਨੂੰ ਪਛਾਣ ਕਰਾਉਣ ਵਾਸਤੇ ਇੱਕ ਦਾ ਭੇਦ ਦੇਣਾ ਸ਼ੁਰੂ ਕੀਤਾ ਵੀ ਇੱਕ ਤੋਂ ਸਾਡਾ ਆਕਾਰ ਕਿਵੇਂ ਬਣਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਬਚਨਾਂ ਨੂੰ ਇੱਕ ਓੰਕਾਰ ਤੋਂ ਸ਼ੁਰੂ ਕੀਤਾ ਵੀ ਸਾਡਾ ਸਾਰਿਆਂ ਦਾ ਮੂਲ ਇੱਕ ਆ, ਜਿਸ ਦਾ ਕੋਈ ਰੂਪ ਰੰਗ ਰੇਖ ਭੇਖ ਚੱਕਰ ਚੇਨ ਵਰਨ ਜਾਤ ਪਾਤ ਨਹੀਂ। ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ ਔਰ ਤ੍ਰੈ ਗੁਣਾ ਤੋਂ ਭਿੰਨ ਹੈ, ਤ੍ਰੈ ਗੁਣਾ ਤੋਂ ਵੱਖਰਾ ਹੈ। ਜਿਸ ਤਰ੍ਹਾਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਪਾਤਸ਼ਾਹ ਸਮਝਾਉਂਦੇ ਨੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਵੀ ਜਿਹੜਾ ਸਾਨੂੰ ਇੱਥੇ ਭੇਜਣ ਵਾਲਾ ਆ ਨਿਰੰਕਾਰ ਹੈ ਪਰਮਾਤਮਾ, ਉਹ ਪ੍ਰਕਾਸ਼ ਰੂਪ ਹੈ, ਉਹਦਾ ਕੋਈ ਚੱਕਰ ਚੇਨ ਬਰਨ ਜਾਤ ਪਾਤ ਨਹੀਂ ਹੈ। ਤੇ ਜਿੱਥੇ ਅਸੀਂ ਵਸ ਰਹੇ ਹਾਂ ਇਹ ਤ੍ਰੈ ਗੁਣ ਨੇ ਤੇ ਉਹ ਤ੍ਰੈ ਗੁਣਾਂ ਤੋਂ ਉੱਪਰ ਹੈ, ਚੌਥੇ ਪਦ ਦੇ ਵਿੱਚ ਬੈਠਾ ਹੋਇਆ। ਹੁਣ ਜਦੋਂ ਸਮਝਾਇਆ ਜਾਣ ਲੱਗਾ ਤੇ ਹੌਲੀ ਹੌਲੀ ਜੀਵਾਂ ਨੂੰ ਪਿਛੋਕੜ ਯਾਦ ਆਉਣ ਲੱਗਾ। ਜਿਸ ਆਪਾਂ ਦੇਖਦੇ ਹਾਂ ਵੀ ਕੋਈ ਮੈਂਟਲੀ ਅਪਸੈਟ ਹੋ ਜੇ, ਉਹਨੂੰ ਚੇਤਾ ਭੁੱਲ ਜਾਂਦਾ, ਪੁਰਾਣੀ ਯਾਦਾਸ਼ਤ ਚੇਤਾ ਭੁੱਲ ਜਾਂਦੀ। ਤੇ ਫਿਰ ਆਪਾਂ ਉਹਨੂੰ ਡਾਕਟਰ ਦੇ ਪਾਸ ਲੈ ਕੇ ਜਾਂਦੇ ਹਾਂ ਤੇ ਜਿੱਥੇ ਉਸ ਨੂੰ ਦਵਾਈ ਦਿੰਦੇ ਨੇ ਤੇ ਨਾਲ ਉਹਨੂੰ ਕਹਿੰਦੇ ਨੇ ਇਹਨੂੰ ਬਚਪਨ ਦੀਆਂ ਗੱਲਾਂ ਕਰੋ, ਇਹਦੇ ਨਾਲ ਇਹਦੇ ਬਚਪਨ ਦੀਆਂ ਕਹਾਣੀਆਂ ਕਰੋ, ਇਹਦੇ ਨਾਲ ਇਹਨੂੰ ਚੇਤਾ ਆ ਜਾਏਗਾ। ਹੌਲੀ ਹੌਲੀ ਯਾਦਾਸ਼ਤ ਵਾਪਸ ਆਉਣ ਲੱਗ ਜਾਂਦੀ। ਇਸੇ ਤਰ੍ਹਾਂ ਜਦੋਂ ਪਾਤਸ਼ਾਹ ਨੇ ਸਮਝਾਇਆ, ਉਹ ਕਹਿਣ ਲੱਗੇ ਵੀ ਇਹਨਾਂ ਨੂੰ ਕਹਾਣੀ ਸੁਣਾਓ। ਤੇ ਕਿਹੜੀ ਕਹਾਣੀ ਸੁਣਾਓ? ਇਹਨਾਂ ਦੇ ਜਨਮ ਦੀ ਕਹਾਣੀ ਸੁਣਾਓ। ਇਹਨਾਂ ਨੂੰ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ, ਜੇ ਸਤਿਗੁਰ ਭਾਵੇ ਤਾਂ ਮੰਨ ਲੈਣ ਸਹੀ ਕਰਮ ਕਰਨ। ਇਹਨਾਂ ਨੂੰ ਸੁਣਾਓ ਵੀ ਇਹਨਾਂ ਦਾ ਜਨਮ ਕਿੱਥੋਂ ਹੋਇਆ, ਕਿੱਥੋਂ ਦੇ ਰਹਿਣ ਵਾਲੇ ਆ, ਇਹਨਾਂ ਦਾ ਘਰ ਕਿਹੜਾ ਆਪਣਾ। ਹੌਲੀ ਹੌਲੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣ ਲੱਗੇ ਵੀ ਸਾਡਾ ਸਾਰਿਆਂ ਦਾ ਮੂਲ ਇੱਕ ਆ, ਇੱਕ ਤੋਂ ਅਸੀਂ ਪੈਦਾ ਹੋਏ ਹਾਂ ਸਾਰੇ। ਤੇ ਹੌਲੀ ਹੌਲੀ ਜਿਵੇਂ ਜਿਵੇਂ ਸੁਣਨ ਲੱਗੇ ਤੇ ਚੇਤਾ ਆਉਣ ਲੱਗਾ ਕਿ ਵਾਕਿਆ ਹੀ ਅਸੀਂ ਸੱਚ ਦੇ ਵਿੱਚੋਂ ਪੈਦਾ ਹੋਏ ਹਾਂ, ਜਿਹਨੂੰ ਮਹਾਰਾਜ ਨੇ ਆਦਿ ਸੱਚ ਕਿਹਾ। ਆਦਿ ਸੱਚ ਜੁਗਾਦ ਸੱਚ, ਵੀ ਕਿਸਾਂ ਅਸੀਂ ਪ੍ਰਗਟ ਹੋਏ ਸਾਰੇ, ਕਿਸਾਂ ਇਹ ਸਾਰਾ ਖੇਲ ਸ਼ੁਰੂ ਹੋਇਆ। ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਖੋਲ ਕੇ ਸਮਝਾਇਆ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪੁਣ ਸਾਜਿਆ, ਘਟ ਘਟ ਜੋ ਸਮੋਏ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਾਰਾ ਦੱਸਿਆ ਗਿਆ ਵੀ ਸਾਡਾ ਜਨਮ ਕਿਵੇਂ ਹੋਇਆ, ਕਿਸਾਂ ਇਹ ਚਾਰ ਖੰਡ ਤਿਆਰ ਹੋਏ। ਇਹ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਿਸਾਂ ਕਰਮ ਖੰਡ ਦੇ ਵਿੱਚ ਇਹ ਆਕਾਰ ਤਿਆਰ ਹੋਣ ਲੱਗੇ ਤੇ ਕਿਸਾਂ ਇਹਨਾਂ ਨੂੰ ਸੱਚਖੰਡ ਦੇ ਵਿੱਚ ਖੇਲਣ ਵਾਸਤੇ ਭੇਜਿਆ ਜਾਣ ਲੱਗਾ। ਉਹ ਸਾਰਾ ਡਿਟੇਲ ਦੇ ਵਿੱਚ ਫਿਰ ਆਪਾਂ ਸਮਝਾਂਗੇ ਕਿਸੇ ਦਿਨ। ਸੋ ਉਹ ਸਾਰਾ ਹੀ ਹੌਲੀ ਹੌਲੀ ਭੇਜ ਦੇਣ ਲੱਗੇ ਤੇ ਹੌਲੀ ਹੌਲੀ ਯਾਦ ਆਉਣ ਲੱਗੀ ਵੀ ਵਾਕਿਆ ਹੀ ਸਾਡਾ ਜਿਹੜਾ ਮੂਲ ਆ ਉਹ ਨਿਰੰਕਾਰ ਹੈ। ਤੇ ਗੁਰਮੁਖ ਫਿਰ ਪੁੱਛਣ ਲੱਗੇ ਵੀ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਉਹਦੇ ਨਾਲ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਤੁਹਾਨੂੰ ਕਾਲ ਨੇ ਹੋਰ ਪਾਸੇ ਲਾਇਆ ਹੋਇਆ ਵਾ, ਜਿਹੜੇ ਸਾਧਨ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਨਹੀਂ ਮਿਲਿਆ ਜਾ ਸਕਦਾ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ।
फिर विचों पुछण लगे गुरमुख किस किव सचियारा हुई है, किव कूड़े टुटे पाल। ਤਾਂ ਪਾਤਸ਼ਾਹ ਨੇ ਕਿਹਾ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ ਕਿ ਹੁਕਮ ਦੇ ਵਿੱਚ ਆਉਣਾ ਪਏਗਾ। ਜਿੰਨੀ ਦੇਰ ਤੱਕ ਤੁਸੀਂ ਹੁਕਮ ਦੇ ਦਾਇਰੇ ਵਿੱਚ ਨਹੀਂ ਆਉਂਦੇ, ਹੁਕਮ ਨਹੀਂ ਮੰਨਦੇ, ਉਨੀ ਦੇਰ ਤੱਕ ਤੁਸੀਂ ਮਹਿਲ ਵਿੱਚ ਨਹੀਂ ਜਾ ਸਕਦੇ। ਹੁਣ ਜਦੋਂ ਹੁਕਮ ਦਾ ਭੇਦ ਦੇਣ ਲੱਗੇ ਤੇ ਮਹਾਰਾਜ ਨੇ ਕਿਹਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਸ਼ੀ। ਵੀ ਹੁਕਮ ਆ ਜੋ ਪਾਰ ਬ੍ਰਹਮ ਦੇ ਮੁਖ ਵਿੱਚੋਂ ਪ੍ਰਗਟ ਹੋ ਰਹੀ ਆਵਾਜ਼ ਹੈ। ਜਿਸ ਸ਼ਬਦ ਦੇ ਨਾਲ ਮਾਤਾ ਦੇ ਉਧਰ ਵੀ ਤੁਹਾਡੀ ਲਿਵ ਜੁੜੀ ਹੋਈ ਸੀ ਤੇ ਇਧਰ ਵੀ ਆ ਕੇ ਤੁਸੀਂ ਉਸ ਸ਼ਬਦ ਦੇ ਨਾਲ ਜੁੜਨਾ ਸੀ, ਤਾਂ ਤੁਸੀਂ ਸ਼ਬਦ ਨੂੰ ਭੁੱਲ ਗਏ ਹੋ ਤੇ ਸ਼ਬਦ ਤੁਹਾਡੇ ਅੰਦਰ ਗੁਪਤ ਹੋ ਗਿਆ। ਜਿੰਨੀ ਦੇਰ ਤੱਕ ਉਹ ਸ਼ਬਦ ਨਾਲ ਨਹੀਂ ਜੁੜੋਗੇ ਉਨੀ ਦੇਰ ਤੱਕ ਹੁਣ ਮਿਲਾਪ ਨਹੀਂ ਹੋ ਸਕਦਾ। ਤਾਂ ਮਾਰੇ ਕਹਿਣ ਲੱਗੇ ਜੀਆਂ ਅੰਦਰ ਜੀਓ ਸ਼ਬਦ ਹੈ, ਜਿਤ ਸਹੁ ਮਿਲਾਵਾ ਹੋਏ, ਬਿਨ ਸ਼ਬਦੇ ਜਗ ਹਨੇਰ ਹੈ, ਸ਼ਬਦੇ ਪ੍ਰਗਟ ਹੋਏ। ਫਿਰ ਉਸ ਸ਼ਬਦ ਦੇ ਨਾਲ ਕਿਵੇਂ ਜੁੜਨਾ ਉਹ ਗੁਰੂ ਨਾਨਕ ਦੇਵ ਜੀ ਫਿਰ ਸਮਝਾਉਣ ਲੱਗੇ ਵੀ ਇਹਨਾਂ ਨੂੰ ਕਿਵੇਂ ਹੌਲੀ ਹੌਲੀ ਚੇਤਾ ਆਵੇ ਤੇ ਕਿਵੇਂ ਸ਼ਬਦ ਨਾਲ ਜੁੜਨਾ। ਉਹਨਾਂ ਨੇ ਫਿਰ ਦੱਸਿਆ ਵੀ ਕਿਸ ਤਰ੍ਹਾਂ ਆਪਣੇ ਧਿਆਨ ਨੂੰ ਇਕਾਗਰ ਕਰਨਾ ਸ਼ੁਰੂ ਕਰੋ। ਇਹ ਜਿਸ ਮਾਇਆ ਦੇ ਵਿੱਚ ਮਨ ਤੁਹਾਡਾ ਚਲਾ ਗਿਆ, ਇਸ ਮਾਇਆ ਨੂੰ ਛੱਡਣਾ ਸ਼ੁਰੂ ਕਰੋ। ਇਥੋਂ ਫਿਰ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਭਗਤੀ ਦੇ ਮਾਰਗ ਦੇ ਉੱਪਰ ਤੋਰਿਆ ਤੇ ਸ਼ਬਦ ਸੁਰਤ ਦੀ ਨੀਂਵ ਰੱਖੀ ਗਈ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤ੍ਰੈ ਗੁਣ ਮੇਟੇ ਚੌਥੇ ਵਰਤੇ ਈਹਾ ਭਗਤ ਨਰਾਰੀ। ਵੀ ਤ੍ਰੈ ਗੁਣਾਂ ਨੂੰ ਕਿਵੇਂ ਛੱਡਣਾ ਜਿੱਥੇ ਮਨ ਚੱਲ ਰਿਹਾ, ਇਸ ਮਨ ਨੂੰ ਹੁਣ ਵਾਪਸ ਆਪਣੇ ਘਰ ਵਾਲੇ ਪਾਸੇ ਕਿਵੇਂ ਲੈ ਕੇ ਜਾਣਾ, ਇਥੋਂ ਰਸਤਾ ਉਲਟਣਾ ਆ। ਇਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਵੀ ਸਿਮਰਨ ਕਰਨਾ ਸ਼ੁਰੂ ਕਰੋ, ਆਪਣੇ ਅੰਤਰਗਤ ਚਲੇ ਜਾਓ। ਤੁਹਾਡੀ ਲਿਵ ਅੰਦਰੋਂ ਟੁੱਟੀ ਹੋਈ ਹੈ ਤਾਂ ਤੁਸੀਂ ਬਾਹਰ ਜੁੜ ਜਾਂਦੇ ਹੋ। ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੈ ਲੋਗ ਪ੍ਰਗਾਸਾ, ਦੇਖਤ ਦਰਸ਼ ਪਟਕ ਭਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਕਾਸਾ। ਹੁਣ ਅੰਦਰ ਜੁੜਨ ਵਾਸਤੇ ਫਿਰ ਸਾਨੂੰ ਹੁਕਮ ਕੀਤਾ ਵੀ ਤੁਸੀਂ ਕੀ ਕਰੋ, ਸਿਮਰਨ ਦੇ ਨਾਲ ਜੁੜੋ, ਨਾਮ ਜਪੋ। ਤੇ ਕਿਸ ਤਰ੍ਹਾਂ ਆਪਾਂ ਚੱਲਣਾ, ਆਓ ਥੋੜਾ ਆਪਾਂ ਅਭਿਆਸ ਕਰੀਏ, ਸਿੱਖੀਏ। ਵਾਪਸ ਆਪਣੇ ਘਰ ਜਾਣ ਵਾਸਤੇ ਜਿਸ ਸ਼ਬਦ ਦੇ ਨਾਲ ਉਹ ਲਿਵ ਟੁੱਟੀ ਉੱਥੇ ਜੁੜਨ ਵਾਸਤੇ ਇਹ ਜਿਹੜਾ ਮਨ ਸਾਡਾ ਕਲੇਸ਼ ਦੇ ਵਿੱਚ ਪਿਆ ਦੁਬਦਾ ਈਰਖਾ, ਇਹਨੂੰ ਨਿਕਲਣ ਵਾਸਤੇ ਮਰ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਇੱਥੇ ਫਿਰ ਪਹਿਲੀ ਅਵਸਥਾ ਸਾਸ ਗ੍ਰਸ ਸਿਮਰਨ ਦੀ। ਜਦੋਂ ਸਵਾਸ ਆਪਣੇ ਅੰਤਰਗਤ ਨੂੰ ਜਾ ਰਿਹਾ ਵਾਹਿ ਉਚਾਰਨ ਕਰਨਾ, ਜਦੋਂ ਸਵਾਸ ਗਗਨ ਨੂੰ ਜਾ ਰਿਹਾ ਤੇ ਗੁਰੂ ਬੋਲਣਾ, ਸਾਰਾ ਹੀ ਧਿਆਨ ਆਪਣੀ ਆਵਾਜ਼ ਵਿੱਚ ਰੱਖਣਾ। ਤੇ ਇੱਥੇ ਨਾਲ ਨਾਲ ਸਮਝਾਇਆ ਪਾਤਸ਼ਾਹ ਨੇ, ਨਾਲ ਇੱਕ ਬੁਝਾਰਤ ਪਾਈ। ਉਹ ਬੁਝਾਰਤ ਵੀ ਆਪਾਂ ਸਾਰਿਆਂ ਨੇ ਬੁੱਝਣੀ ਹੈ। ਤੁਸੀਂ ਜਦੋਂ ਆਪਾਂ ਫਿਰ ਮਿਲਾਂਗੇ ਉਸ ਦਾ ਵਿਸ਼ਲੇਸ਼ਣ ਵੀ ਕਰਾਂਗੇ। ਉਨੀ ਦੇਰ ਤੱਕ ਕੋਈ ਗਿਆਨੀ, ਕੋਈ ਸੰਤ, ਕੋਈ ਸਾਧੂ ਤੁਹਾਨੂੰ ਮਿਲਦਾ, ਉਹਨੂੰ ਤੁਸੀਂ ਪੁੱਛਣਾ ਤੇ ਮਾਰੇ ਕੀ ਕਹਿੰਦੇ ਨੇ। ਗੁਰਬਾਣੀ ਵਿੱਚ ਸਾਨੂੰ ਸਮਝਾਉਣ ਲੱਗੇ ਤੇ ਪਾਤਸ਼ਾਹ ਕਹਿਣ ਲੱਗੇ ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹਨੂੰ ਬੁੱਝੋ, ਜੇ ਬ੍ਰਹਮ ਦੇ ਵਿੱਚ ਸਮਾਉਣਾ ਚਾਹੁੰਦੇ ਹੋ, ਬ੍ਰਹਮ ਦਾ ਗਿਆਨ, ਤੇ ਇਹ ਬੁਝਾਰਤ ਦਾ ਹੱਲ ਕਰੋ। ਤੇ ਬੁੱਝਣ ਦਾ ਢੰਗ ਦੱਸਿਆ ਪਾਤਸ਼ਾਹ ਨੇ, ਕਹਿਣ ਲੱਗੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਆਕਥ ਕਹਾਣੀ। ਆਓ ਹੁਣ ਆਪਾਂ ਵਾਪਸ ਆਪਣੇ ਘਰ ਜਾਣਾ ਜਿੱਥੋਂ ਦੇ ਆਪਾਂ ਰਹਿਣ ਵਾਲੇ ਹਾਂ, ਤੇ ਆਪਾਂ ਸਿਮਰਨ ਕਰਨਾ। ਜਦ ਸਿਮਰਨ ਕਰਨਾ, ਨੇਤਰ ਬੰਦ ਕਰਨੇ, ਆਪਣੀ ਆਵਾਜ਼ ਵਿੱਚ ਹੀ ਧਿਆਨ ਰੱਖਣਾ ਔਰ ਸ਼ਬਦ ਤੇ ਸੁਰਤ ਵਿੱਚ ਮਿਲ ਕੇ ਚੱਲਦੇ ਰਹਿਣਾ। ਆਓ ਸਾਰੇ ਜਣੇ ਰਲ ਕੇ ਆਪਾਂ ਜਿੱਥੇ ਜਿੱਥੇ ਵੀ ਤੁਸੀਂ ਸਰਵਣ ਕਰ ਰਹੇ ਹੋ, ਸੁਣ ਰਹੇ ਹੋ, ਸਾਰਾ ਹੀ ਪਰਿਵਾਰ ਇਸ ਤਰ੍ਹਾਂ ਚੱਲੋ ਆਪਣੀ ਹੀ ਆਵਾਜ਼ ਵਿੱਚ। ਸਰਵਣੀ ਸੁਣੀਐ ਰਸਨਾ ਗਾਈਐ, ਹਿਰਦੇ ਤੇ ਆਈਐ ਸੋਈ। ਆਓ ਪਿਆਰ ਦੇ ਨਾਲ ਸਾਰੇ ਜਣੇ ਰਲ ਕੇ ਆਪਾਂ ਘਰ ਨੂੰ ਵਾਪਸ ਚੱਲੀਏ। ਆਪਣਾ ਸਾਰਿਆਂ ਦਾ ਇੱਕ ਹੀ ਘਰ ਆ ਔਰ ਇੱਕ ਹੀ ਮਾਤਾ ਪਿਤਾ ਜਿੱਥੇ ਆਪਾਂ ਪ੍ਰਵੇਸ਼ ਹੋਣਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵੇਸਾਂ ਜਦੋਂ ਆਪਾਂ ਅਭਿਆਸ ਕਰਦੇ ਹਾਂ ਤੇ ਅਸੀਂ ਆਪਣੇ ਘਰ ਨੂੰ ਜਾਣ ਵਾਸਤੇ ਜੋ ਮਾਤਾ ਪਿਤਾ ਨੇ ਸਾਨੂੰ ਘਰ ਬਣਾ ਕੇ ਦਿੱਤਾ, ਸਾਡੀ ਸੁਰਤ ਉਸ ਰਸਤੇ ਤੇ ਚੱਲਣੀ ਸ਼ੁਰੂ ਹੋ ਜਾਂਦੀ ਹੈ। ਸਵੇਸਾਂ ਅਸੀਂ ਅਭਿਆਸ ਕਰਦੇ ਹੋਏ ਵਾਪਸ ਆਪਣੇ ਘਰ ਜਾ ਸਕਦੇ ਹਾਂ ਜਿੱਥੋਂ ਸਾਨੂੰ ਮਾਤਾ ਪਿਤਾ ਨੇ ਖੇਲਣ ਵਾਸਤੇ ਭੇਜਿਆ ਹੋਇਆ। ਸੋ ਇਸ ਵਾਸਤੇ ਇੰਨੀਆਂ ਕੁ ਬੇਨਤੀਆਂ ਨੇ। ਅੱਜ ਦਾ ਜੋ ਆਪਣਾ ਇਹ ਵਿਸ਼ਾ ਹੈ ਆਪਣੇ ਆਪ ਦੀ ਪਛਾਣ, ਕਿ ਆਪਾਂ ਕੋਸ਼ਿਸ਼ ਪਛਾਣ ਕੀਤੀ ਵੀ ਅਸੀਂ ਇੱਕ ਮਨ ਆ ਔਰ ਇੱਥੋਂ ਦੇ ਰਹਿਣ ਵਾਲੇ ਨਹੀਂ। ਅਸੀਂ ਆਪਣੇ ਘਰ ਵਿੱਚ ਆਉਣਾ ਜਾਣਾ ਬਣਾਉਣਾ ਸਾਰਿਆਂ ਨੇ। ਇਸ ਵਾਸਤੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ, ਗੁਰਬਾਣੀ ਪੜ੍ਹਨੀ ਆ ਔਰ ਗੁਰਬਾਣੀ ਨੂੰ ਵਿਚਾਰਦਿਆਂ ਹੋਇਆਂ ਜੇ ਅਸੀਂ ਆਪਣੇ ਆਪ ਦੀ ਪਛਾਣ ਕਰ ਲੈਂਦੇ ਹਾਂ, ਭੇਦ ਖੁੱਲ ਗਿਆ। ਤੇ ਬਾਹਰ ਕਹਿੰਦੇ ਨੇ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਬਨਾਸੀ। ਫਿਰ ਸਾਡੇ ਵੀ ਤੇ ਉਹਦੇ 'ਚ ਕੋਈ ਫਰਕ ਨਹੀਂ ਰਹਿ ਜਾਏਗਾ। ਸੋ ਇਹ ਕੋਸ਼ਿਸ਼ ਕਰਨੀ ਆ। ਇੰਨੀਆਂ ਵਿਚਾਰਾਂ ਕਰਦੇ ਹੋਏ ਇੱਥੇ ਹੀ ਆਪਾਂ ਵਿਸ਼ਰਾਮ ਦਿੰਦੇ ਹਾਂ। ਗੁਰਮੁਖਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਮਾਂ ਇੱਥੇ ਸਮਾਪਤ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।